ਉਹ ਬਿਹਾਗੜੇ ਰਾਗ ਦੇ ਵਿੱਚ ਜਿਹੜੀ ਵਾਰ ਲੈ ਰਹੇ ਹਾਂ ਉਹਦੀ ਆਪਾਂ ਨੌਵੀਂ ਪੌੜੀ ਲੈ ਰਹੇ ਹਾਂ। ਆਪਾਂ ਚੌਥੀ ਪਾਤਸ਼ਾਹੀ ਦੀ ਵਾਰ ਹੈਗੀ ਆ, ਪੌੜੀਆਂ ਸਾਰੀਆਂ ਉਹਨਾਂ ਦੀਆਂ ਹੈਗੀਆਂ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਦੇਖੋ ਕੰਡੀਸ਼ਨ ਲਗਾਈ ਹੈ, ਕਹਿੰਦੇ ਸਤਿਗੁਰੂ ਦੀ ਸੇਵਾ ਜਿਹੜੀ ਹੈਗੀ, ਜੋ ਕੰਮ ਇਹ ਗਿਆਨ ਕਹਿ ਰਿਹਾ ਆ, ਜੋ ਬ੍ਰਹਮ ਗਿਆਨੀ ਕਹਿੰਦੇ ਆ, ਇਹ ਆਪਣੇ ਅੰਦਰ ਜਿਹੜਾ ਹੈਗਾ ਧਿਆਨ ਲਗਾਉਣਾ, ਮਨ ਦੇ ਵਿੱਚ ਸੁਰਤ ਨੂੰ ਲੈ ਕੇ ਜਾਣਾ, ਇਹ ਮਨ ਨੂੰ ਜਿਹੜਾ ਹੈਗਾ ਇੱਛਾ ਕਰਨ ਤੋਂ ਜਿਹੜਾ ਹੈਗਾ ਰੋਕਣਾ। ਜਦ ਸੁਰਤੀ ਮਨ ਦੇ ਵਿੱਚ ਚਲੀ ਗਈ ਤੇ ਫਿਰ ਜਿਹੜਾ ਹੈਗਾ ਮਨ ਭੰਗ ਹੋ ਜਾਏਗਾ ਫਿਰ। ਤੇ ਕਹਿੰਦੇ ਆਹ ਸੇਵਾ ਸਫਲ ਆ ਜੇ ਕੋਈ, ਕੰਡੀਸ਼ਨ ਹੈ ਵੀ ਜੇ ਕੋਈ ਚਿੱਤ ਲਗਾ ਕੇ ਕਰਦਾ ਆ। ਇਹ ਨਹੀਂ ਕਿ ਵੀ ਉਪਰਾ ਵੀ ਅੰਦਰੋਂ ਕੁਛ ਤੇ ਬਾਹਰੋਂ ਕੁਛ। ਜੇ ਮਨ ਲਗਾ ਕੇ ਇਹ ਕੰਮ ਕਰਦਾ ਹੈ ਤੇ ਇਹ ਕੰਮ ਸਫਲ ਆ, ਇਹਦੇ 'ਚ ਅਸਫਲਤਾ ਹੈ ਨਹੀਂ ਗੀ। ਔਰ ਸੇਵਾ ਕੀ ਹੈ? ਸੇਵਾ ਨੇ ਕੀ ਕਰਨਾ ਹੈ? ਸੇਵਾ ਦੇ ਨਾਲ ਸੇਵਾ ਤਾਂ ਜਿਹੜੇ ਵੀ ਬ੍ਰਹਮ ਗਿਆਨੀ ਹੈਗੇ, ਜੋ ਵੀ ਮਾਲਕ ਪਰਮਾਤਮਾ ਨੇ ਰਸਤਾ ਰੱਖਿਆ ਆ ਨਿਕਲਣ ਦਾ, ਉਹ ਕੰਮ ਕਰਨਾ ਹੈ ਆਪਾਂ ਨੇ। ਮਾਲਕ ਕਹਿੰਦਾ ਵੀ ਮੈਂ ਜਿਹੜਾ ਹੈਗਾ ਤੇਰੇ ਅੰਦਰ ਨਾਮ ਜਿਹੜਾ ਹੈਗਾ ਪਦਾਰਥ, ਨਾਮ ਪਦਾਰਥ ਅੰਮ੍ਰਿਤ ਰਸ, ਅਮਰ ਹੋਣ ਵਾਲਾ ਜਿਹੜਾ ਹੈਗਾ ਨੈਕਟਰ, ਉਹ ਤੇਰੇ ਅੰਦਰ ਗੁਪਤ ਰੱਖਿਆ ਆ, ਉਹਨੂੰ ਤੂੰ ਲੈਣਾ ਹੈ ਔਰ ਪੀਣਾ ਹੈ ਔਰ ਅਮਰ ਹੋ ਜਾਏਗਾ। ਬਸ ਇਹ ਸੇਵਾ ਹੈਗੀ ਆ। ਤਾਂ ਤੈਨੂੰ ਆਪਣੇ ਮੂਲ ਦਾ ਪਤਾ ਲੱਗੇਗਾ, ਮੂਲ ਦੇ ਨਾਲ ਆਤਮ ਦਰਸ਼ਨ ਹੋਣਗੇ ਤੇਰੇ। ਤਾਂ ਇਹ ਮਾਇਆ ਜਿਹੜੀ ਹੈਗੀ ਇਹ ਹਟ ਸਕਦੀ ਆ। ਨਹੀਂ ਤਾਂ ਹੋਰ ਕੁਛ ਵੀ ਕਰ ਲਾ, ਭਾਵੇਂ ਲੱਤਾਂ ਕਹਿੰਦੇ ਆ ਨਾ ਸਿਰਠਾਂ ਤੇ ਲੱਤਾਂ ਉੱਤੋਂ ਦੀ, ਬਾਤ ਪਾਵਾਂ ਕੁੜਕ ਉੱਤੋਂ ਦੀ, ਜੋ ਮਰਜ਼ੀ ਕਰ ਲਾ ਫਿਰ। ਤੇ ਇਹ ਮਾਇਆ ਜਿਹੜੀ ਹੈਗੀ, ਇਹ ਮਾਇਆ ਨੂੰ ਨਹੀਂ ਜਿੱਤ ਸਕਦਾ ਕੋਈ ਵੀ। ਉਹਦੇ ਵਾਸਤੇ ਜਿਹੜਾ ਹੈਗਾ ਸਿਰਫ ਇੱਕੋ ਹੀ ਤਰੀਕਾ ਹੈਗਾ। ਉਹ ਜੋ ਗਿਆਨ ਕਹਿ ਰਿਹਾ, ਜੋ ਸਤਿਗੁਰੂ ਕਹਿ ਰਹੇ, ਜੋ ਗੁਰਬਾਣੀ ਕਹਿ ਰਹੀ ਹੈ, ਜੋ ਬ੍ਰਹਮ ਗਿਆਨੀ ਕਹਿ ਰਹੇ ਆ, ਉਹ ਕੰਮ ਕਰਨਾ ਪਊਗਾ ਔਰ ਚਿੱਤ ਲਗਾ ਕੇ ਕਰਨਾ ਪਊਗਾ। ਨਾਮ ਪਦਾਰਥ ਪਾਈਏ ਅਚਿੰਤ ਵਸੈ ਮਨ ਆਏ। ਔਰ ਇਹ ਨਾਮ ਪਦਾਰਥ ਜਿਹੜਾ ਹੈਗਾ ਮਿਲ ਜਾਏਗਾ ਭਾਈ। ਔਰ ਉਹ ਮਾਲਕ ਪਰਮਾਤਮਾ ਵੀ ਜਿਹੜਾ ਹੈਗਾ ਅਚਿੰਤੀ ਜਿਹੜਾ ਹੈਗਾ ਪ੍ਰਗਟ ਹੋ ਜਾਏਗਾ। ਜਨਮ ਮਰਨ ਦੁੱਖ ਕੱਟੀਏ, ਹਉਮੈ ਮਮਤਾ ਜਾਏ। ਇਹਦੇ ਨਾਲ ਜਨਮ ਮਰਨ ਦਾ ਗੇੜਾ ਤਾਂ ਥੰਮਣਾ ਹੈ, ਔਰ ਇਹ ਹਉਮੈ ਵੀ ਤਾਂ ਹੀ ਜਾਣੀ ਆ, ਔਰ ਇਹ ਮਮਤਾ ਜਿਹੜੀ ਹੈਗੀ ਆ, ਇਹ ਆਕਾਰ ਦੇ ਨਾਲ, ਪੰਜਾਂ ਤੱਤਾਂ ਦੇ ਨਾਲ ਜੋ ਵੀ ਮਮਤਾ ਹੈ ਆਪਣੀ ਜਿਹੜੀ ਹੈ, ਜੋ ਖਿੱਚ ਹੈਗੀ ਆ, ਇਹ ਵੀ ਤਾਂ ਹੀ ਰੁਕੂਗੀ। ਇੱਕੋ ਹੀ ਤਰੀਕਾ ਹੈਗਾ। ਸਾਰੀ ਜੋ ਵੀ ਜਿਹੜਾ ਹੈਗਾ ਇੱਧਰ ਨੂੰ ਮਰਜੀ, ਜਿੱਧਰ ਨੂੰ ਮਰਜੀ ਜਿਹੜਾ ਹੈਗਾ, ਕੋਈ ਹੋਰ ਜ਼ਰੀਆ ਹੀ ਨਹੀਂ ਹੈਗਾ ਬਸ ਇੱਕ ਕੰਮ ਤੋਂ ਇਲਾਵਾ। ਉੱਤਮ ਪਦਵੀ ਪਾਈਏ ਸੱਚੇ ਰਹੇ ਸਮਾਏ। ਔਰ ਇਹ ਸਭ ਤੋਂ ਉੱਤਮ ਪਦਵੀ ਮਿਲ ਜਾਏਗੀ ਔਰ ਸੱਚੇ ਦੇ ਵਿੱਚ ਸਮਾ ਜਾਵਾਂਗੇ ਆਪਾਂ। ਨਾਨਕ ਪੂਰਵੇ ਜਿਨ ਕੋ ਲਿਖਿਆ, ਤਿਨਾ ਸਤਿਗੁਰ ਮਿਲਿਆ ਆਏ। ਹੁਣ ਇਹ ਸਤਿਗੁਰੂ ਜਿਹੜੇ ਹੈਗੇ, ਬ੍ਰਹਮ ਗਿਆਨੀ ਜਿਹੜੇ ਹੈਗੇ, ਬ੍ਰਹਮ ਗਿਆਨ ਜਿਹੜਾ ਹੈਗਾ, ਸਹੀ ਗਿਆਨ ਜਿਹੜਾ ਹੈਗਾ, ਉਹ ਕਿਵੇਂ ਮਿਲਦਾ ਹੈ? ਉਹਦੇ ਵਾਸਤੇ ਕਹਿੰਦੇ ਆ, ਮਹਾਰਾਜ ਕਹਿੰਦੇ ਆ ਭਾਈ, ਜਿਹੜਾ ਬ੍ਰਹਮ ਗਿਆਨ ਲੈਣਾ ਚਾਹੁੰਦਾ ਹੈਗਾ, ਜਿਹੜਾ ਇਹ ਸੇਵਾ ਕਰਨਾ ਚਾਹੁੰਦਾ ਹੈਗਾ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਕਸੌਟੀ ਦੇ ਉੱਤੇ ਖਰਾ ਨਿਕਲਣਾ ਪਊਗਾ। ਜਿਹੜੀ ਡਿਮਾਂਡ ਹੈਗੀ ਆ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸੈਟਿਸਫਾਈ ਹੋਣਾ ਚਾਹੀਦਾ ਆ। ਤਾਂ ਉਹ ਜਿਹੜਾ ਹੈਗਾ ਉਹਨਾਂ ਨੂੰ ਹੀ ਸਿਰਫ ਜਿਹੜਾ ਹੈਗਾ, ਜਿਨ੍ਹਾਂ ਨੇ ਇਹ ਕੰਮ ਕਰਨ ਵਾਸਤੇ ਜਿਹੜਾ ਹੈਗਾ ਇੱਛਾ ਕੀਤੀ ਆ, ਉਹਨਾਂ ਨੂੰ
ਸਤਿਗੁਰੂ ਮਿਲਾਉਣਾ ਪਰਮਾਤਮਾ ਦਾ ਕੰਮ ਆ। ਤਿੰਨਾਂ ਸਤਿਗੁਰ ਮਿਲਿਆ ਆਏ, ਉਹਨਾਂ ਨੂੰ ਸਿਰਫ, ਕਿਉਂਕਿ ਨਹੀਂ ਬਾਕੀਆਂ ਨੂੰ ਜਿਹੜਾ ਹੈਗਾ ਗੁਰੂ ਉਹ ਸੰਗਤ ਦੇ ਵਿੱਚ ਜਾਣਗੇ ਵੀ, ਪਰ ਸਤਿਗੁਰੂ ਨਹੀਂ ਮਿਲਦਾ ਭਾਈ ਉਹਨਾਂ ਨੂੰ। ਉਹ ਜਿਹੜੇ ਹੈਗੇ ਉਹਨਾਂ ਦਾ ਮਨ ਜਿਹੜਾ ਹੈਗਾ ਮਾਇਆ ਦੇ ਵਿੱਚ, ਪਦਾਰਥਾਂ ਦੇ ਵਿੱਚ, ਆਕਾਰ ਦੇ ਵਿੱਚ, ਸੰਸਾਰ ਦੇ ਵਿੱਚ ਹੀ ਘੁੰਮਦਾ ਰਹੇਗਾ। ਔਰ ਸਤਿਗੁਰੂ ਦੀ ਜਿਹੜੀ ਗੱਲ ਹੈਗੀ, ਜਿਹੜਾ ਗਿਆਨ ਹੈਗਾ, ਉਹ ਅੰਦਰ ਉਹਨਾਂ ਦੇ ਜਿਹੜਾ ਹੈਗਾ ਉਹ ਵਿਚਾਰ ਹੀ ਨਹੀਂ ਆਏਗੀ ਉਹਨਾਂ ਦੇ ਅੰਦਰ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਕੱਲ ਆਪਾਂ ਵਿਚਾਰ ਕੀਤੀ ਸੀ ਕਰਮ ਦੇ ਬਾਰੇ। ਬਾਣੀ 'ਚ ਵੀ ਆਇਆ ਸੀ ਕਰਮ ਜੀਵਨ ਦਾ ਬਹੁਤ ਵੱਡਾ ਇੱਕ ਹਿੱਸਾ ਹੈ। ਕਰਮਾਂ ਦੇ ਆਲੇ ਦੁਆਲੇ ਆਪਣਾ ਜੀਵਨ ਘੁੰਮਦਾ। ਹੁਣ ਆਪ ਜੀ ਨੇ ਦੇਖਿਆ ਹੋਵੇਗਾ ਕਈ ਬੰਦੇ ਏਦਾਂ ਦੇ ਨੇ ਕਿ ਉਹਨਾਂ ਦੇ ਕਰਮ ਬਹੁਤ ਮਾੜੇ ਨੇ, ਇਹਦੇ ਬਾਵਜੂਦ ਵੀ ਉਹਨਾਂ ਦੇ ਜੀਵਨ 'ਚ ਪਦਾਰਥ ਬਹੁਤ ਨੇ, ਸੁੱਖ ਬਹੁਤ ਨੇ। ਸੰਸਾਰਿਕ ਸੁੱਖ ਦੀ ਗੱਲ ਕਰਦਾ। ਕਈ ਬੰਦਿਆਂ ਦੇ ਕਰਮ ਬਹੁਤ ਵਧੀਆ, ਤੇ ਇਹ ਸਵਾਲ ਗ੍ਰੰਥਾਂ 'ਚ ਹੈਗਾ ਜੀ। ਉਹਨਾਂ ਦੇ ਕਰਮ ਬਹੁਤ ਵਧੀਆ ਹੈ, ਪਰ ਘਰ ਉਨੀ ਫੈਸਿਲਿਟੀ ਨਹੀਂ ਹੈਗੀ, ਉਨੀ ਸਹੂਲਤ ਨਹੀਂ ਹੈਗੀ। ਇਹਦੇ ਪਿੱਛੇ ਗ੍ਰੰਥਾਂ 'ਚ ਬਹੁਤ ਵਿਚਾਰ ਹੋਈ ਤੇ ਬ੍ਰਹਮ ਗਿਆਨੀਆਂ ਨੇ ਕਿਹਾ ਕਿ ਜਿਹੜੇ ਏਦਾਂ ਦੀ ਸਿਚੁਏਸ਼ਨ ਹੈ, ਇਹਦੇ ਪਿੱਛੇ ਉਹਦੇ ਸੰਸਕਾਰ ਹੁੰਦੇ ਨੇ। ਜਿੰਨਾ ਚਿਰ ਤੱਕ ਪ੍ਰਕਿਰਤੀ ਦੇ ਵਿੱਚ ਆਪਾਂ ਸਹੀ ਤਰ੍ਹਾਂ ਦਾ ਜੀਵਨ ਨਹੀਂ ਬਤੀਤ ਕਰਦੇ, ਉਹਨਾਂ ਚਿਰ ਤੱਕ ਪ੍ਰਕਿਰਤੀ ਦੇ ਵਿੱਚ ਜਿਹੜਾ ਉਹਦਾ ਬੰਧਨ ਆ, ਉਹਦੇ ਵਿੱਚ ਬਦਲਾਅ ਨਹੀਂ ਹੁੰਦਾ। ਹੁਣ ਇੱਕ ਬੰਦਾ ਹੈ, ਹੁਣ ਮੰਨ ਲਓ ਕੋਈ ਬੰਦਾ ਪੈਸੇ ਵੇਸਟ ਕਰ ਰਿਹਾ, ਇਹਦਾ ਮਤਲਬ ਹੈ ਕਿ ਉਸ ਬੰਦੇ ਨੇ, ਹੁਣ ਤੁਹਾਡੇ ਕੋਲ ਗੱਡੀ ਹੈ, ਤੁਸੀਂ 1 ਕਿਲੋਮੀਟਰ ਸਫ਼ਰ ਕਰੋ, ਭਾਵੇਂ ਜਿੰਨੀ ਮਰਜ਼ੀ ਰੇਸਾਂ ਦੇਈ ਜਾਓ, ਜਿੰਨੀ ਮਰਜ਼ੀ ਬ੍ਰੇਕਾਂ ਮਾਰੀ ਜਾਓਗੇ, ਕਿਉਂਕਿ ਤੁਹਾਡੀ ਟੈਂਕੀ ਦੇ ਵਿੱਚ ਤੇਲ ਹੈਗਾ। ਨਿਜਰ ਸਾਹਿਬ, ਉਹ ਤੇਲ ਖਤਮ ਹੋਣ ਤੱਕ ਪ੍ਰਕਿਰਤੀ ਤੁਹਾਡੇ ਤੋਂ ਕਾਰ ਖੋਹ ਨਹੀਂ ਸਕਦੀ, ਕਿਉਂਕਿ ਉਹ ਵਿਧਾਂਤ ਕੀ ਹੈ ਕਿ ਦੇਖੋ, ਜਿੱਦਾਂ ਹੁਣ ਤੁਸੀਂ ਇੱਕ ਚੀਜ਼ ਨੂੰ ਦੇਖੋ, ਕੰਪਿਊਟਰ ਕੀ ਕਰਦਾ ਹੈ, ਕੰਪਿਊਟਰ ਦੇ ਵਿੱਚ ਵੇਖੋ ਉਹਦੇ 'ਚ ਕਿੰਨਾ ਮੈਮਰੀ ਹੁੰਦੀ ਹੈ, ਉਹ ਤੁਹਾਡੀ ਹਿਸਟਰੀ ਨੂੰ ਨੋਟ ਕਰਦਾ। ਤੁਸੀਂ ਜੋ ਕੰਮ ਕੀਤਾ, ਕਿੱਥੇ ਕੀ ਲਿਖਿਆ, ਸਾਰਾ ਉਹਦੀ ਹਾਰਡ ਡਿਸਕ ਦੇ ਵਿੱਚ ਲਿਖਿਆ ਜਾਂਦਾ। ਹੁਣ ਭਾਵੇਂ ਜਾਣੇ ਅਣਜਾਣੇ 'ਚ ਵੀ ਲਿਖਿਆ, ਪਰ ਉਹਦੇ ਅੰਦਰ ਸਾਰਾ ਨੋਟ ਹੈਗਾ ਕੰਪਿਊਟਰ ਦੇ ਅੰਦਰ। ਇਸੇ ਤਰ੍ਹਾਂ ਕਈ ਬੰਦਿਆਂ ਦਾ ਜੀਵਨ ਹੈ, ਭਾਵੇਂ ਉਹਨੂੰ ਪਤਾ ਹੈ ਜਾਂ ਨਹੀਂ ਪਤਾ ਹੈ, ਪਰ ਉਹਦੇ ਦੁਆਰਾ ਕੀਤੇ ਗਏ ਕਰਮਾਂ ਦਾ ਸੰਸਕਾਰ ਜਿਹੜੇ ਆ ਉਹਦੇ ਚਿੱਤ ਦੇ ਵਿੱਚ ਲਿਖੇ ਜਾਂਦੇ ਆ। ਔਰ ਉਹ ਜਿਹੜੇ ਸੰਸਕਾਰ ਹੈਗੇ ਨੇ, ਉਹਨਾਂ ਨੂੰ ਫਲ ਜ਼ਰੂਰ ਲੱਗਣਾ। ਇਹ ਤੇ ਪੱਕਾ ਗਰੰਟੀ ਹੈਗੀ। ਤੁਸੀਂ ਅੱਗ ਦੇ ਲਾਗੇ ਹੱਥ ਕਰੋ, ਤੁਹਾਨੂੰ ਸੇਕ ਲੱਗੇਗਾ। ਇਸੇ ਤਰ੍ਹਾਂ ਜੋ ਆਪਾਂ ਕਰਮ ਕਰਦੇ ਹਾਂ, ਹੁਣ ਤੁਸੀਂ ਬਲਬ ਜਗਾਇਆ, ਜੇ ਬਲਬ ਸਹੀ ਹੈ, ਬੱਤੀ ਆ ਰਹੀ ਹੈ, ਤੇ ਉੱਥੇ ਪ੍ਰਕਾਸ਼ ਹੋਣਾ ਹੀ ਹੋਣਾ ਵਾ। ਤੁਹਾਡੇ ਕਰਮ ਨੂੰ ਨਾਲ ਹੀ ਫਲ ਲੱਗ ਜਾਣਾ। ਤੁਸੀਂ ਪੱਖਾ ਛੱਡਿਆ, ਕਰਮ ਕੀਤਾ, ਤੇ ਉਹ ਪੱਖਾ ਘੁੰਮਣ ਡਿਆ ਪਏਗਾ, ਕਿਉਂਕਿ ਬੱਤੀ ਆ ਰਹੀ ਹੈ ਮਗਰ। ਇਹ ਜੋ ਆਪਾਂ ਕਰਮ ਕਰਦੇ ਹਾਂ, ਹੁਣ ਤੁਸੀਂ ਰੋਟੀ ਖਾਧੀ ਹੈ, ਤੁਹਾਡੀ ਪੇਟ ਦੀ ਜਿਹੜੀ ਤ੍ਰਿਪਤੀ ਹੋ ਜਾਣੀ, ਕਿਉਂਕਿ ਤੁਸੀਂ ਕਰਮ ਕਰ ਲਿਆ। ਔਰ ਉਸ ਪੇਟ ਦੇ ਵਿੱਚ ਜੋ ਵੀ ਤੁਸੀਂ ਖਾਣਾ ਭੇਜੋਗੇ, ਉਹਦੇ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ। ਇਸੇ ਤਰ੍ਹਾਂ ਜਿਹੜਾ ਵੀ ਕਰਮ ਆਪਾਂ ਕਰਦੇ ਹਾਂ, ਉਹ ਕਰਮ ਜਿਹੜਾ ਹੁੰਦਾ ਹੈ, ਉਹਨੂੰ ਫਲ ਲੱਗਣਾ ਹੀ ਹੈ। ਪਰ ਇਹਦੇ ਵਿੱਚ ਥੋੜੀ ਜਿਹੀ ਜੇ ਡੀਪ ਜਾਂਦੇ ਆ, ਜਿਹੜੇ ਮਾੜੇ ਕਰਮ ਕਰਦੇ ਨੇ, ਤੁਸੀਂ ਦੇਖੋਗੇ ਹੈ ਉਹ ਗਲਤ ਦਿਸ਼ਾ ਦੇ ਵੱਲ ਹੀ ਜਾ ਰਹੇ ਨੇ। ਪਰ ਹਜੇ ਕੀ ਹੈ, ਉਹਨਾਂ ਕੋਲ ਅਜੇ ਪਹਿਲੇ ਜਿਹੜੇ ਸੰਚਿਤ ਕਰਮ ਆ, ਉਹਨਾਂ ਦੇ ਸੰਸਕਾਰ ਹੈਗੇ। ਇਸ ਕਰਕੇ ਉਹ ਮਨੁੱਖ ਜਿਹੜੇ ਆ, ਉਹ ਡੁੱਬਦੇ ਰਹੇ ਨੇ, ਪਰ ਹਜੇ ਟਾਈਮ ਲੱਗੂ। ਜਿੱਦਾਂ ਕਿਸ਼ਤੀ ਨਹੀਂ ਹੁੰਦੀ, ਹੁਣ ਕਿਸ਼ਤੀ ਤੇ ਨਿੱਜਰ ਸਾਹਿਬ, ਜਦੋਂ ਆਪਾਂ ਹੌਲੀ ਹੌਲੀ ਵਜਨ ਪਾਉਂਦੇ ਆ, ਪਰ ਪਤਾ ਨਹੀਂ ਲੱਗਦਾ ਕਿ ਕਿਸ਼ਤੀ ਡੁੱਬ ਰਹੀ ਹੈ। ਪਰ ਇੱਕ ਸਮਾਂ ਆਊਗਾ ਡੁੱਬ ਜਾਏਗੀ ਉਹ, ਬਿਲਕੁਲ, ਕਿਉਂਕਿ ਉਹਦੀ ਕੈਪੈਸਿਟੀ ਜਿਹੜੀ ਖਤਮ ਹੋ ਜਾਣੀ ਹੈ, ਫਿਰ ਉਹਦੀ ਕੈਪੈਸਿਟੀ ਨਹੀਂ ਹੈਗੀ। ਇਸੇ ਤਰ੍ਹਾਂ ਕਈ ਬੰਦੇ ਹੈਗੇ ਨੇ, ਉਹ ਜਦ ਤੱਕ ਉਹ ਹਜੇ ਡੁੱਬ ਰਹੇ ਨੇ, ਪਰ ਇੱਕਦਮ ਨਹੀਂ ਡੁੱਬਦੇ ਜਿੱਦਾਂ ਹੀ ਸੋਚਦੇ। ਏਦਾਂ ਨਹੀਂ, ਪ੍ਰਕਿਰਤੀ ਹੋਰ ਤਰੀਕੇ ਨਾਲ ਚੱਲਦੀ। ਹੁਣ
ਇਸ ਚੀਜ਼ ਨੂੰ ਆਪਾਂ ਸਮਝਣਾ ਸੀ ਕਿ ਕੱਲ ਜੋ ਵਿਚਾਰ ਕੀਤੀ ਸੀ ਕਿ ਜਿਹੜਾ ਵੀ ਆਪਾਂ ਕਰਮ ਕੀਤਾ ਹੈ ਉਹਨੂੰ ਜਿਹੜਾ ਫਲੀਭੂਤ ਹੋਣਾ ਹੈ, ਪਰ ਉਹਨੂੰ ਆਪਾਂ ਕੰਟਰੋਲ ਕਰਨਾ ਹੈ। ਕਿੱਦਾਂ ਕੰਟਰੋਲ 'ਚ ਕਰਨਾ ਹੈ, ਇਹਦੇ ਬਾਰੇ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਤੂੰ ਸੰਜਮ ਦੇ ਵਿੱਚ ਆਪਣਾ ਜੀਵਨ ਲੈ ਕੇ ਆ। ਭੋਗ ਆ ਗਿਆ ਹੈ, ਕਰਮ ਕਰਨਾ ਪੈਣਾ ਹੈ, ਪਰ ਤੂੰ ਕੀ ਕਰ, ਆਪਣੇ ਆਪ ਤੇ ਸੰਜਮ ਕਰ। ਹੁਣ ਜਿੱਦਾਂ ਡਾਕਟਰ ਨੇ ਆਪਾਂ ਨੂੰ, ਡਾਕਟਰ ਕੀ ਕਹਿੰਦਾ ਹੈ ਕਿ ਚਰਨਜੀਤ ਇਹ ਜਿਹੜੀ ਤੂੰ ਦਵਾਈ ਆ ਜੇ ਤੂੰ ਖਾਣੀ ਆ ਤੇ ਪਲੱਸ ਤੂੰ ਪਰਹੇਜ਼ ਕਰਨਾ, ਆਹ ਜਿਹੜੀਆਂ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ। ਕਿਉਂ? ਕਿਉਂਕਿ ਇਹਨਾਂ ਦੇ ਨਾਲ ਕੀ ਹੋਊਗਾ, ਤੇਰੀ ਬਿਮਾਰੀ ਵਧੇਗੀ, ਘਟੇਗੀ ਨਹੀਂ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਇੰਨੀ ਗੱਲ ਸੁਣਨ ਦੇ ਨਾਲ ਕੀ ਹੋਵੇਗਾ, ਜ਼ਿਆਦਾਤਰ ਜਦੋਂ ਬੰਦੇ ਦੀ ਜੀਵਨ ਦੀ ਸਮੱਸਿਆ ਆ ਜਾਂਦੀ ਹੈ ਨਾ, ਉਹ ਪਰਹੇਜ਼ ਕਰਦਾ ਵੀ ਹੈ ਨਿੱਜਰ ਸਾਹਿਬ। ਹੁਣ ਤੁਹਾਡੀ ਮਾਤਾ, ਤੁਹਾਡੀ ਵਾਈਫ ਨੂੰ, ਮਾਤਾ ਨੂੰ ਦੱਸਿਆ ਹੋਣਾ ਕਿ ਡਾਕਟਰਾਂ ਨੇ ਆਹ ਪਰਹੇਜ਼ ਕਰਨੇ ਆ, ਆਪਾਂ ਕਰਦੇ ਆ ਨਾ। ਬਿਲਕੁਲ, ਉਹਨਾਂ ਨੂੰ ਕਿਹਾ ਹੈ ਕਿ ਬਈ ਜਿਹੜੀ ਹੈਗੀ ਆ ਰੋਟੀ ਨਹੀਂ ਖਾਣੀ ਔਰ ਜਿਹੜਾ ਪਤਲੀ ਚੀਜ਼ ਖਾਣੀ ਆ 2 ਦਿਨ ਤੱਕ। ਹਾਂਜੀ ਵੀਰ ਜੀ। ਹਾਂ, ਪਰਹੇਜ਼ ਕਰਨਾ, ਇਹਦਾ ਮਤਲਬ ਕਿ ਉਹਨਾਂ ਨੇ ਦੱਸਿਆ ਕਿ ਇਹ ਫੂਡ ਖਾਣਾ ਹੈ ਤੇ ਇਹ ਫੂਡ ਬਿਲਕੁਲ ਨਹੀਂ ਖਾਣਾ। ਇਸੇ ਤਰ੍ਹਾਂ ਗੁਰੂਆਂ ਨੇ ਸਾਨੂੰ ਜਿਹੜਾ ਨਾ, ਸਾਨੂੰ ਪ੍ਰਕੋਸ਼ਨ ਦੱਸੇ ਹੋਏ ਨੇ ਕਿ ਕੁਝ ਕੰਮ ਜਿਹੜੇ ਆ ਤੁਸੀਂ ਨਹੀਂ ਕਰਨੇ। ਕਿਉਂ ਨਹੀਂ ਕਰਨੇ? ਕਿਉਂਕਿ ਉਹ ਤੁਹਾਡੀ ਜਿੱਦਾਂ ਇਹ ਸਰੀਰ ਦੇ ਲਈ ਇਹ ਖਾਣਾ ਚੰਗਾ ਵੀ ਹੈ ਤੇ ਬੁਰਾ ਵੀ ਹੈ, ਉਸੇ ਤਰ੍ਹਾਂ ਸਾਡੇ ਕਾਰਨ ਸਰੀਰ ਦੇ ਲਈ ਕਈ ਕਰਮ ਏਦਾਂ ਦੇ ਨੇ, ਉਹ ਬਹੁਤ ਮਾੜੇ ਨੇ, ਰੁਕਾਵਟ ਪੈਦਾ ਕਰ ਦਿੰਦੇ ਆਪਣੀ ਜਰਨੀ 'ਚ। ਹਾਂ, ਉਹ ਫਿਰ ਸਾਨੂੰ ਮੁਸ਼ਕਲ ਆਵੇਗੀ। ਇਸ ਕਰਕੇ ਕੱਲ ਆਪਾਂ ਇਸੇ ਗੱਲ ਤੇ ਵਿਚਾਰ ਕੀਤੀ ਸੀ ਕਿ ਗੁਰੂ ਜੀ ਫਿਰ ਕਹਿੰਦੇ ਕਿ ਵਿਵੇਕ ਬੁੱਧੀ ਦੇ ਉਹਨੂੰ ਅਧੀਨ 'ਚ ਲੈ ਕੇ ਆਓ, ਫਿਰ ਫੈਸਲਾ ਕਰਕੇ ਦੇਖੋ ਕਿ ਇਹ ਕਰਮ ਜਿਹੜੇ ਹੈਗੇ ਇਹ ਕਰਨਯੋਗ ਹੈਗੇ ਆ ਕਿ ਨਹੀਂ ਕਰਨਯੋਗ। ਤੇ ਬਾਣੀ ਕਹਿੰਦੀ ਐਸਾ ਕਰਮ ਮੂਲ ਨਾ ਕੀਜੀਏ, ਜੇ ਤੰਤ ਪਛਤਾਈਏ। ਜੇ ਕਹਿੰਦੇ ਜੇ ਤੈਨੂੰ ਆਖਰੀ ਟਾਈਮ ਤੇ ਤੈਨੂੰ ਪਛਤਾਵਾ ਲੱਗੇ, ਕਿਉਂਕਿ ਲੜ ਕੇ ਵੀ ਤਾਂ ਆਪਾਂ ਪਛਤਾਉਂਦੇ ਆ ਯਾਰ, ਆਪਾਂ ਚੁੱਪ ਹੋ ਜਾਂਦੇ, ਮੂੰਹ ਬੰਦ ਕਰ ਲੈਂਦੇ, ਤੇ ਗੱਲ ਇੰਨੀ ਵਧਣੀ ਨਹੀਂ ਸੀ। ਉੱਥੋਂ ਮੈਂ ਪਰੇ ਚੱਲ ਜਾਂਦਾ, ਮੈਂ ਤੇ ਫਲਾਨਾ ਕੰਮ ਕਰਨ ਜਾਣਾ ਸੀ, ਕਿਉਂ ਨਹੀਂ ਉੱਥੇ ਚੱਲ ਗਿਆ? ਮੈਂ ਜਾਣ ਕੇ ਹੀ ਗੱਲ ਨੂੰ ਮੈਂ ਵਧਾਇਆ ਤੇ ਉਹ ਗੱਲ ਇੰਨੀ ਵੱਧ ਗਈ ਕਿ ਹੁਣ ਸ਼ਾਮ ਤੱਕ ਲੜਾਈ ਹੋ ਰਹੀ ਹੈ, ਘਰ ਦਾ ਸਿਸਟਮ ਸਾਰਾ ਖਰਾਬ ਹੋ ਗਿਆ। ਉਸ ਚੀਜ਼ ਨੂੰ ਉਸ ਜਗ੍ਹਾ ਤੇ ਬੰਦ ਕੀਤਾ ਜਾ ਸਕਦਾ ਸੀ ਜਿੱਥੇ ਉਹ ਅੱਗ ਦੀ ਚੰਗਿਆੜੀ ਜਿਹੜੀ ਸੀ ਉਹਨੇ ਭੁਭਾਕਾ ਮਾਰਨਾ ਸੀ। ਬਾਅਦ ਦੇ ਵਿੱਚ ਬਾਣੀ ਕਹਿੰਦੀ ਕਿ ਤੂੰ ਪਛਤਾਵੇਂਗਾ, ਅੰਤ ਨੂੰ ਤੂੰ ਪਛਤਾਉਣਾ ਹੈ, ਔਰ ਤੂੰ ਉਸ ਚੀਜ਼ ਨੂੰ ਪਹਿਲੇ ਰੋਕ ਦੇ। ਔਰ ਉਹਦੇ ਲਈ ਕੀ ਹੈ, ਰੋਕਣ ਦਾ ਤਰੀਕਾ ਇੱਕੋ ਹੀ ਹੈ ਕਿ ਤੁਸੀਂ ਕੋਈ ਵੀ ਗੱਲਬਾਤ ਹੈਗੀ ਆ ਉਹਨੂੰ ਸਿੱਧੀ ਨਾ, ਉਹਨੂੰ ਮਨ ਕੋ ਨਹੀਂ ਲੈ ਕੇ ਜਾਣਾ, ਪਹਿਲਾਂ ਬੁੱਧੀ ਦੇ ਥੱਲੇ ਲੈ ਕੇ ਆਉਣਾ ਇਹਨੂੰ। ਕਿਉਂਕਿ ਬੁੱਧੀ ਪਹਿਲਾਂ ਆਵੇ ਤੇ ਫਿਰ ਮਨ ਦੇ ਕੋਲ ਚੀਜ਼ ਜਾਵੇ, ਕਿਉਂਕਿ ਬੁੱਧੀ ਨੇ ਮਨ ਨੂੰ ਸਮਝਾਉਣਾ ਹੈ। ਤੁਸੀਂ ਵੇਖਿਆ ਨਹੀਂ, ਉੱਥੇ ਜੱਜਾਂ ਦੇ ਕੋਲ ਰੀਡਰ ਹੁੰਦੇ, ਜੱਜ ਨੂੰ ਨਹੀਂ ਪਤਾ ਹੁੰਦਾ, ਰੀਡਰ ਨੂੰ ਸਾਰਾ ਪਤਾ ਹੁੰਦਾ ਕੇਸ ਦੇ ਬਾਰੇ। ਥਾਣੇਦਾਰ 'ਚ ਜਾਂ ਹੋਰ ਇੱਥੇ ਬਥੇਰੇ ਥੱਲੇ ਉਹਨਾਂ ਦੇ ਸੈਕਟਰੀ ਹੁੰਦੇ ਨੇ, ਉਹ ਜਾ ਕੇ ਸਰ ਕੋ ਸਾਈਨ ਕਰਾਉਂਦੇ ਆ। ਆਖਰ ਦੇ ਵਿੱਚ ਉਹ ਸਾਈਨ ਤੇ ਕਰੀ ਜਾਂਦਾ ਅਫਸਰ, ਪਰ ਉਹਨੂੰ ਪਤਾ ਹੈ ਕਿ ਇਹ ਜਿਹੜਾ ਸਾਈਨ ਕਰਾਉਂਦਿਆ ਵਾ ਇਹ ਵੀ ਜ਼ਿੰਮੇਵਾਰ ਆ। ਨਿੱਜਰ ਸਾਹਿਬ, ਕੱਲ ਨੂੰ ਕੁਝ ਗੜਬੜੀ ਹੋ ਗਈ, ਕੋਈ ਗਲਤ ਜਗ੍ਹਾ ਤੇ ਸਾਈਨ ਹੋ ਗਏ ਨਾ, ਤੇ ਸਜ਼ਾ ਉਸ ਬੰਦੇ ਨੂੰ ਨਹੀਂ ਮਿਲਣੀ ਆ। ਇਸੇ ਤਰ੍ਹਾਂ ਜਿਹੜੀ ਇਹ ਬੁੱਧੀ ਹੈ, ਬੁੱਧੀ ਦੇ ਕੋਲ ਕੋਈ ਚੀਜ਼ ਲੈ ਕੇ ਜਾਓ, ਬੁੱਧੀ ਫਿਰ ਤੁਹਾਨੂੰ ਸਹੀ ਰਸਤਾ ਦੇਵੇਗੀ, ਮਾਰਗ ਦਿਖਾਵੇਗੀ। ਤਾਈਓ ਬਾਣੀ ਕਹਿੰਦੀ ਆ, ਦੀਜੀਏ ਬੁੱਧ ਵਿਵੇਕਾ, ਵਿਵੇਕ ਬੁੱਧੀ ਦੋ ਤਾਂ ਜੋ ਮੈਂ ਜੀਵਨ ਦੇ ਸਹੀ ਫੈਸਲੇ ਕਰਾਂ। ਉਹ ਫੈਸਲੇ ਜਿਹੜੇ ਮੈਂ ਗਲਤ ਤਰੀਕੇ ਨਾਲ ਕਰ ਰਿਹਾ ਸੀ ਉਹਨਾਂ ਨੂੰ ਬੰਦ ਕਰ ਦੇਵਾਂ। ਹਾਂਜੀ ਨਿੱਜਰ ਸਾਹਿਬ, ਹਾਂਜੀ ਆਪ ਬੋਲੋ ਪਲੀਜ਼। महाराज कह रहे तीसरी पातशाही भाई, सतगुर की सेवा सफल है जे को करे चित्त लाए। पहली चीज़ आ चित्त लगा के काम करना है भाई। ये नहीं कि चित्त दे विच कुछ हो रहा तो उपरों आप जिहड़े हैगे ये काम कर रहे हैं। तो दूसरी चीज़ जिहड़ी हैगी, जिवें दा सतगुरु कह रहा है, जो इंस्ट्रक्शन दे रहे हैं महाराज, उस तरीके दे नाल सेवा करनी है। तो नाम पदार्थ पाइए अचिंत वसे मने आए। और सेवा कार्य लिए करनी है, नाम पदार्थ पाने वास्ते करनी है, जिहड़ा गुप्त है अपने अंदर अमृत वास्ते करनी है। और अचिंत आ जाएगा, वो मालिक ने दात देनी है और अचिंत आ जाएगी जे आपां ये सेवा चित्त लगा के करांगे।
ਤੇ ਔਰ ਇਹਦੇ ਨਾਲ ਹੀ ਜਨਮ ਮਰਨ ਦਾ ਦੁੱਖ ਜਾਣਾ ਆ ਔਰ ਹਉਮੈ ਮਮਤਾ ਨੇ ਜਾਣਾ ਹੈ। ਜਨਮ ਮਰਨ ਦੁੱਖ ਕੱਟੀਏ, ਹਉਮੈ ਮਮਤਾ ਜਾਏ। उत्तम पदवी पाई है, सच्चे रहे समाए और उत्तम पदवी मिल जाएगी। ये पंच परवान पंच प्रधान ये आम ਜਿਹੜਾ ਹੈਗਾ ਇਹ ਸੰਸਾਰ ਸਮੁੰਦਰ ਦੇ ਵਿੱਚ ਜਿਹੜਾ ਅਭਿਆਸੀ ਜਿਹੜਾ ਹੈਗਾ ਉਸ ਤੋਂ ਉੱਪਰ ਰਹੇਗਾ। ਇਹ ਸਵਾਦਾਂ ਦੇ ਵਿੱਚ, ਇਹ ਪਦਾਰਥਾਂ ਦੇ ਵਿੱਚ ਜਿਹੜਾ ਹੈਗਾ ਇਹ ਵਿਸ਼ੇ ਵਿਕਾਰਾਂ ਦੇ ਵਿੱਚ ਡੁੱਬੇਗਾ ਨਹੀਂ। ਨਾਨਕ ਪੂਰਬ ਜਿनको ਲਿਖਿਆ ਤਿਨਾ ਸਤਿਗੁਰ ਮਿਲਿਆ ਆਏ। ਔਰ ਇਹ ਸਤਿਗੁਰੂ ਜਿਹੜੇ ਮਿਲਦੇ ਆ, ਗਿਆਨ ਮਿਲਦਾ ਹੈ, ਬ੍ਰਹਮ ਗਿਆਨ ਮਿਲਦਾ ਹੈ। ਇਹ ਵੀ ਜਿਹੜਾ ਹੈਗਾ ਬਹੁਤ ਜਿਹੜਾ ਹੈਗਾ ਇਹ ਉੱਤਮ ਆਪਣੇ ਭਾਗ ਹੈਗੇ ਜਿਹੜੇ ਕਿ ਮਾਲਕ ਪਰਮਾਤਮਾ ਨੂੰ ਸੈਟੀਸਫਾਈ ਕੀਤਾ ਆਪਾਂ ਨੇ, ਤੇ ਆ ਜਿਹੜਾ ਬ੍ਰਹਮ ਗਿਆਨ ਆਪਾਂ ਨੂੰ ਲੱਭਿਆ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਤਿਗੁਰ ਦੀ ਸੇਵਾ ਕਰਨੀ ਹੈ, ਉਹ ਕਹਿੰਦੇ ਸੇਵਾ ਕਰੋ। ਸੇਵਾ ਤੋਂ ਭਾਵ ਹੈ ਚਿੱਤ ਲਾ ਕੇ ਕਰਨੀ ਹੈ। ਇੱਥੇ ਸੇਵਾ ਦਾ ਭਾਵ ਇਹ ਨਹੀਂ ਹੈ ਕਿ ਜੇ ਤੁਸੀਂ ਉਹਦੇ ਗੋਡੇ ਨੱਪਣੇ ਸ਼ੁਰੂ ਕਰ ਦਿਓ। ਸੇਵਾ ਤੋਂ ਭਾਵ ਹੈ ਕਿ ਜਿੱਥੇ ਚੰਗਾ ਗਿਆਨ ਮਿਲਦਾ ਹੈ ਉੱਥੇ ਚਿੱਤ ਇਕਾਗਰ ਕਰੋ ਔਰ ਉਸ ਗਿਆਨ ਨੂੰ ਰਿਸੀਵ ਕਰੋ। ਹਾਂ, ਰਿਸੀਵ ਕਰਕੇ ਉਸ ਤੇ ਐਕਸ਼ਨ ਲੈਣੀ ਹੈ, ਐਕਸ਼ਨ ਕਰਨੀ ਹੈ, ਉਸ ਤੇ ਉਸ ਦੇ ਅਨੁਸਾਰ ਚੱਲਣਾ ਹੈ। ਹਾਂਜੀ। ਅੱਜ ਸਵੇਰੇ ਨਾ ਸ਼ਬਦ ਲੱਗਿਆ ਸੀ ਦਰਬਾਰ ਸਾਹਿਬ ਤੋਂ, ਗੱਲੀ ਜੋਗ ਨਾ ਹੋਏ। ਹਾਂ, ਗੱਲੀ ਜੋਗ ਨਾ ਹੋਏ। ਕਿ ਗੱਲ ਕਿਤੇ ਗੱਲਾਂ ਸੁਣ ਕੇ ਤੇ ਬੁੱਧੀ ਮੰਡਲ ਚ ਇੱਕ ਕੰਨ ਚੋਂ ਸੁਣੀ ਤੇ ਦੂਜੇ ਕੰਨ ਥਣੀ ਕੱਢਤੀ, ਜਾਂ ਕੰਨ ਥਣੀ ਸੁਣੀ ਤੇ ਮੂੰਹ ਥਣੀ ਕੱਢਤੀ, ਉਹ ਕੰਮ ਨਹੀਂ ਕਰਨਾ। ਨਾ ਨਾ ਨਾ, ਉਹਦੇ ਨਾਲ ਨਾਮ ਪਦਾਰਥ ਨਹੀਂ ਮਿਲਣਾ ਭਾਈ। ਹਾਂ, ਉਹ ਗੱਲ ਨਹੀਂ ਬਣੇਗੀ। ਫਿਰ ਅਗਲੇ ਬੰਨੇ ਕਹਿੰਦੇ ਆ ਅਚਿੰਤ ਹੋਣਾ। ਅਚਿੰਤ ਜਿਹੜੇ ਅਵਸਥਾ ਹੈ ਇਹ ਸਹਿਜ ਅਵਸਥਾ ਹੈ। ਜਦੋਂ ਤੁਹਾਡਾ ਧਿਆਨ ਇਕਾਗਰ ਹੋ ਗਿਆ ਨਾ ਫਿਰ ਤੁਸੀਂ ਅਚਿੰਤ ਹੋ ਜਾਓਗੇ। ਤੁਹਾਨੂੰ ਚਿੰਤਾ ਵਰਗੀ ਬਿਮਾਰੀ ਤੋਂ ਮੁਕਤੀ ਹੋ ਜਾਏਗੀ। ਵੈਸੇ ਸਾਰਾ ਸੰਸਾਰ ਚਿੰਤਾ ਦੇ ਵਿੱਚ ਹੈ, ਪਰ ਬ੍ਰਹਮ ਗਿਆਨੀ ਚਿੰਤਾ ਤੋਂ ਪਰੇ ਹੁੰਦਾ ਹੈ, ਕਿਉਂਕਿ ਉਹ ਬੂੰਦ ਨਹੀਂ, ਉਹ ਸਾਗਰ ਹੋ ਗਿਆ। ਉਹਦਾ ਸੰਪਰਕ ਜਿਹੜਾ ਹੈ ਚੇਤਨਾ ਦੇ ਨਾਲ ਜੁੜ ਚੁੱਕਿਆ। ਇਹ ਅਵਸਥਾ ਆਪਣੇ ਆਪ ਹੀ ਬਣੇਗੀ, ਇਹਦੇ ਲਈ ਕੁਛ ਕਰਨ ਦੀ ਲੋੜ ਨਹੀਂ। ਅਗਲੀ ਤੁਕ ਵੇਖੋ, ਜਨਮ ਮਰਨ ਦੁੱਖ ਕੱਟੀਏ ਹਉਮੈ ਮਮਤਾ ਜੀ। ਇਹਦੇ ਨਾਲ ਹੀ ਹੋ ਜਾਣਾ, ਜਨਮ ਮਰਨ ਦਾ ਦੁੱਖ ਚਲੇ ਜਾਣਾ ਹੈ ਤੇ ਹਉਮੈ ਔਰ ਮਮਤਾ ਦੋਨੋਂ ਚਲੇ ਜਾਣੇ ਆ। ਆਪਣੀ ਮੱਤ ਜਿਹੜੀ ਹੈਗੀ ਜਿਹਦੇ ਕਰਕੇ ਆਪਾਂ ਮਾਲਕ ਤੋਂ ਵਿਛੜੇ ਹੋਏ ਹਾਂ, ਹਉਮੈ ਤੇ ਆ ਮਾਇਆ ਜਿਹੜੀ ਪਾਈ ਹੈ, ਇਹਦੀ ਮਮਤਾ ਜਿਹੜੀ ਹੈਗੀ ਇਹ ਚਲੇ ਜਾਏਗੀ। ਹਾਂਜੀ, ਜਦੋਂ ਤੁਹਾਡੀ ਹਉਮੈ ਖਤਮ ਹੋ ਗਈ ਤੇ ਜਨਮ ਮਰਨ ਦਾ ਦੁੱਖ ਆਪਣੇ ਆਪ ਹੀ ਕੱਟਿਆ ਜਾਣਾ ਹੈ। ਫਿਰ ਅਗਲੇ ਬੋਲਣ ਜੀ ਸਾਹਿਬ, ਉੱਤਮ ਪਦਵੀ ਪਾਈ ਗਈ, ਸੱਚੇ ਰਹੇ ਸਮਾਏ ਮਾਏ। ਤੇ ਪਦਵੀ ਆਪਣੇ ਆਪ ਹੀ ਤੁਹਾਨੂੰ ਉੱਤਮ ਪ੍ਰਾਪਤ ਹੋ ਜਾਣੀ ਹੈ, ਕਿਉਂਕਿ ਤੁਸੀਂ ਚੇਤਨ ਦੇ ਤਖਤ ਦੇ ਉੱਪਰ ਜਾ ਕੇ ਵਿਰਾਜਮਾਨ ਹੋ ਜਾਣਾ ਹੈ, ਜਿੱਥੇ ਕੋਈ ਚਿੰਤਾ ਨਹੀਂ, ਜਿੱਥੇ ਕੋਈ ਰਾਗ ਨਹੀਂ, ਦਵੈਸ਼ ਨਹੀਂ, ਕਾਮ ਨਹੀਂ, ਕ੍ਰੋਧ ਨਹੀਂ, ਲੋਭ ਨਹੀਂ, ਮੋਹ ਨਹੀਂ। ਇਹ ਇੱਕ ਆਤਮਿਕ ਅਵਸਥਾ ਹੈ ਜਿਹਨੂੰ ਸਹਿਜ ਅਵਸਥਾ ਕਹਿ ਲੈਂਦੇ ਆ, ਜਿਹਨੂੰ ਅਨਮਨੀ ਅਵਸਥਾ ਕਹਿ ਲਓ। ਇਹ ਅਵਸਥਾ ਦੇ ਵਿੱਚ ਜਦੋਂ ਆਪਾਂ ਪਹੁੰਚ ਜਾਂਦੇ ਹਾਂ ਤੇ ਫਿਰ ਕੀ ਹੁੰਦਾ ਹੈ, ਆਪਾਂ ਸੱਚ ਦੇ ਵਿੱਚ ਸਮਾ ਜਾਂਦੇ ਹਾਂ। ਸੱਚ ਦੇ ਵਿੱਚ ਸਮਾ ਜਾਣ ਦਾ ਮਤਲਬ ਇਹ ਹੈ ਕਿ ਉਸ ਦਿਨ ਗੁਰਮੀਤ ਜੀ ਮੈਸੇਜ ਕਰ ਰਹੇ ਸੀ ਕਿ ਵੀਰ ਜੀ ਕਿੱਦਾਂ ਪਤਾ ਲੱਗੇਗਾ ਕਿ ਅਸੀਂ ਆਤਮਾ ਤੱਤ ਚ ਲੀਨ ਹੋ ਗਏ ਹਾਂ। ਮੈਂ ਕਿਹਾ ਚਿੱਤ ਦਾ ਸ਼ਾਂਤ ਹੋ ਜਾਣਾ ਹੀ ਆਤਮਾ ਚ ਲੀਨ ਹੋ ਜਾਣਾ ਹੈ। ਮੈਂ ਰਾਮਾਨੰਦ ਜੀ ਵੀ ਇਹ ਗੱਲ ਕਹਿ ਸੀ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਏ ਪਾਣ। ਤੇ ਹੁਣ ਮੇਰਾ ਚਿੱਤ ਨਹੀਂ ਚੱਲਦਾ, ਸ਼ਾਂਤ ਹੋ ਗਿਆ। ਹੁਣ ਉਹਦੇ ਚ ਕਾਮ, ਕ੍ਰੋਧ, ਲੋਭ, ਮੋਹ ਰੂਪੀ, ਹੰਕਾਰ ਰੂਪੀ ਕੋਈ ਤਰੰਗ ਨਹੀਂ ਪੈਦਾ ਹੋ ਰਹੀ। ਇਸ ਕਰਕੇ ਮਨ ਵੀ ਬਹਿ ਗਿਆ, ਸ਼ਾਂਤ ਹੋ ਗਿਆ। ਕੱਲ ਪਤਾ ਨਹੀਂ ਪਰਸੋਂ ਦੀ ਬਾਣੀ ਚ ਵੀ ਆਈ ਸੀ ਕਿ ਮਨ ਦਾ ਸ਼ਾਂਤ ਹੋ ਜਾਣਾ। ਮਨ ਦਾ ਸ਼ਾਂਤ ਹੋ ਜਾਣਾ ਮਤਲਬ ਤਰੰਗਾਂ ਦਾ ਸ਼ਾਂਤ ਹੋ ਜਾਣਾ। ਨਿੱਜਰ ਸਾਹਿਬ ਬਿਲਕੁਲ। ਫਿਰ ਅੱਜ ਇੱਕ ਵੀਰ ਦਾ ਫੋਨ ਆਇਆ ਸੀ, ਕਹਿੰਦੇ ਸੀ ਕਿ ਮੈਨੂੰ ਗੁੱਸਾ ਬਹੁਤ ਆਉਣ ਡਿਆ ਪਿਆ ਸਾਧਨਾ ਕਰਕੇ। ਮੈਂ ਇਹ ਪਾਰਟ ਆਫ ਮੈਂ ਜਦੋਂ ਸਾਧਨਾ ਪਾਵਰਫੁਲ ਹੋ ਜਾਂਦੀ ਤਾਂ ਉਹਦੇ ਨਾਲ ਹੁੰਦਾ ਕੁਝ ਸਮੇਂ ਲਈ ਤੁਸੀਂ ਇੱਕ ਐਸੇ ਪੀਰੀਅਡ ਦੇ ਵਿੱਚੋਂ ਲੰਘਦੇ ਜੋ ਜਿੱਥੇ ਤੁਹਾਨੂੰ ਕ੍ਰੋਧ ਆਉਂਦਾ ਹੈ। ਉਹ ਕ੍ਰੋਧ ਜਿਹੜਾ ਆਉਂਦਾ ਹੈ ਨਾ ਉਹ ਨਾਰਮਲ ਹੈ, ਉਹ 'ਚ ਕੋਈ ਮਾੜੀ ਚੀਜ਼ ਨਹੀਂ ਆ। ਬਾਕੀ ਜੇਕਰ ਤੁਹਾਨੂੰ ਲੋੜ ਤੋਂ ਜ਼ਿਆਦਾ ਕ੍ਰੋਧ ਆਉਂਦਾ ਤੇ ਆਪਣੇ ਘਰ ਮੈਂਬਰਾਂ ਨੂੰ, ਆਪਣੇ ਪਰਿਵਾਰ ਵਾਲਿਆਂ ਨੂੰ ਜ਼ਰੂਰ ਦੱਸੋ ਕਿ ਮੈਂ ਸਾਧਨਾ ਕਰਦਾ ਹਾਂ। ਹੋ ਸਕਦਾ ਹੈ ਕਿ
ਮੈਂ ਉਸ ਚੀਜ਼ ਨੂੰ ਛੇਤੀ ਹੋਲਡ ਨਾ ਕਰ ਪਾਵਾਂ। ਉਹ ਜਿਹੜਾ ਮੇਰਾ ਟੈਂਪਰੇਰੀ ਮੇਰਾ ਇੱਕ ਬਣੇਗਾ ਹਾਲਾਤ, ਤੇ ਤੁਸੀਂ ਮੇਰੇ ਨਾਲ ਐਡਜਸਟ ਕਰ ਲਓ। ਦੱਸਿਆ ਹੋਊਗਾ ਤੇ ਉਹਨਾਂ ਨੂੰ ਪਤਾ ਹੋਵੇਗਾ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਨਾਨਕ ਪੂਰਬੇ ਜਿਨ ਕੋ ਲਿਖਿਆ ਤਿਨਾ ਸਤਿਗੁਰ ਮਿਲਿਆ ਆਏ। ਕਹਿੰਦੇ ਬਈ ਸਤਿਗੁਰੂ ਕਿਵੇਂ ਮਿਲਦਾ ਹੈ ਭਾਈ? ਦੇਖੋ ਸਤਿਗੁਰ ਮਿਲਿਆ ਆਏ, ਸਤਿਗੁਰੂ ਮਿਲਦਾ ਹੈ, ਆਪਾਂ ਥੋੜੀ ਨਾ ਲੱਭਣਾ। ਸਾਨੂੰ ਕੀ ਪਤਾ ਕਿਹੜਾ ਸਤਿਗੁਰੂ ਹੈ ਭਾਈ, ਕਿਹੜਾ ਬ੍ਰਹਮ ਗਿਆਨ ਹੈ, ਆਪਾਂ ਨੂੰ ਕੀ ਪਤਾ? ਆਪਾਂ ਤਾਂ ਜਾਣਦੇ ਨਹੀਂ ਕੁਝ ਵੀ। ਤੇ ਇਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਨੂੰ ਜਦ ਪਤਾ ਲੱਗਦਾ ਹੈ ਵੀ ਇਹ ਜਿਹੜਾ ਹੈਗਾ, ਇਹ ਇਨਸਾਨ ਇਹ ਭਗਤੀ ਕਰਨਾ ਚਾਹੁੰਦਾ ਹੈ, ਇਹ ਸੱਚ ਦੇ ਨਾਲ ਜੁੜਨਾ ਚਾਹੁੰਦਾ ਹੈ, ਇਹ ਮੇਰੇ ਨੇੜੇ ਆਉਣਾ ਚਾਹੁੰਦਾ ਹੈ, ਤੇ ਮਾਲਕ ਆਟੋਮੈਟਿਕਲੀ ਜਿਹੜਾ ਹੈਗਾ ਉਹ ਗਿਆਨ ਦੇ ਦਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਤੁਸੀਂ ਦੇਖਿਆ ਹੋਣਾ ਜਿਹੜੇ ਚੰਗੇ ਖਿਡਾਰੀ ਹੋਣ ਉਹਨਾਂ ਨੂੰ ਜਿਹੜੀਆਂ ਸਪੈਸ਼ਲ ਗੇਮਾਂ ਕਰਾਉਂਦੀਆਂ ਨੇ ਸੁਸਾਇਟੀਆਂ, ਉਹਨਾਂ ਨੂੰ ਆਟੋਮੈਟਿਕਲੀ ਸਿਲੈਕਟ ਕਰ ਲੈਂਦੀਆਂ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਉਹਦੇ 'ਚ ਤੁਹਾਡਾ ਕੋਈ ਜ਼ਿਆਦਾ ਪਲੇ ਨਹੀਂ ਹੁੰਦਾ। ਹੁਣ ਸਾਡੇ ਕਲੀਨਿਕ 'ਚ 2-4 ਮੁੰਡੇ ਆਏ ਸੀ, ਐਥਲੀਟ ਸੀ। ਉਹ ਕਹਿੰਦਾ ਮੈਂ ਜਿਮ ਕਰਦਾ ਸਾਂ ਤੇ ਮੈਨੂੰ 에ਅਰ ਫੋਰਸ ਵਾਲਿਆਂ ਨੇ ਆਪੇ ਸਿਲੈਕਟ ਕਰ ਲਿਆ। ਬਿਲਕੁਲ। ਮੇਰਾ ਕੰਪੀਟੀਸ਼ਨ ਦੇਖਿਆ, ਮੈਂ 2-4 ਕੰਪੀਟੀਸ਼ਨ ਲੜੇ, ਉਹਨਾਂ ਵੇਖਿਆ ਮੁੰਡਾ ਕਾਫੀ ਮਿਹਨਤੀ ਆ, ਉਹਨਾਂ ਨੇ ਆਫਰ ਕੀਤਾ ਵੀ ਸਾਡੇ ਕੋਲ ਜੌਬ ਕਰੋ। ਇਸੇ ਤਰ੍ਹਾਂ ਬ੍ਰਹਮ ਵੀ ਕੀ ਕਰਦਾ ਹੈ ਕਿ ਤੁਹਾਨੂੰ ਸਿਲੈਕਟ ਕਰ ਲੈਂਦਾ ਵਾ। ਬਹੁਤ ਵਧੀਆ ਗੁਰੂ ਸਾਹਿਬ, ਐਗਜ਼ਾਮਪਲ ਬਹੁਤ ਵਧੀਆ। ਉਦਾਂ ਤੇ ਨਿੱਜਰ ਸਾਹਿਬ ਬੜਾ ਔਖਾ ਕੰਮ ਹੈ, ਪਰ ਪਰਫਾਰਮੈਂਸ ਤੇ ਉਹਨੂੰ ਕਰਨੀ ਪੈਣੀ ਆ, ਭਾਵੇਂ ਛੋਟੇ ਲੈਵਲ ਤੇ ਕਰੇ ਨਿੱਜਰ ਸਾਹਿਬ, ਭਾਵੇਂ ਸਕੂਲ ਲੈਵਲ ਤੇ, ਕਾਲਜ ਲੈਵਲ ਤੇ, ਯੂਨੀਵਰਸਿਟੀ ਲੈਵਲ ਤੇ ਉਹ ਹਿੱਸਾ ਲਵੇਗਾ ਤੇ ਤਾਂ ਹੀ ਸਿਲੈਕਟ ਹੋਵੇਗਾ ਨਾ। ਬਿਲਕੁਲ ਬਿਲਕੁਲ। ਉਹ ਪਤਾ ਲੱਗੇ ਤਾਂ ਹੀ ਤਾਂ ਮਾਲਕ ਨੂੰ ਪਤਾ ਲੱਗੇਗਾ ਵੀ ਇਹ ਮੇਰੇ ਵੱਲ ਆਉਣ ਦਾ ਯਤਨ ਕਰ ਰਿਹਾ ਹੈ। ਹਾਂ, ਤੇ ਇੱਥੇ ਸਿਲੈਕਟ ਹੋਣ ਤੋਂ ਭਾਵ ਹੈ ਕਿ ਤੁਹਾਡੇ ਕਰਮ, ਠੀਕ ਹੈ ਜੀ, ਤੁਸੀਂ ਕਰਮ ਕਿੱਦਾਂ ਦੇ ਕਰ ਰਹੇ ਤੇ ਤੁਸੀਂ ਅੰਦਰ ਚਾਹੁੰਦੇ ਕੀ ਜੋ। ਤੁਸੀਂ ਕੋਈ ਜੇਕਰ ਤੁਸੀਂ ਚਾਹੁੰਦੇ ਕੋਈ ਪਦਾਰਥ ਤੇ ਉਹ ਅਲੱਗ ਸੰਗਤ ਤੁਹਾਨੂੰ ਮਿਲੇਗੀ, ਤੇ ਜੇ ਤੁਸੀਂ ਆਤਮਾ ਤੱਤ ਪ੍ਰਾਪਤ ਕਰਨਾ ਚਾਹੁੰਦੇ ਜੋ, ਉਸ ਬ੍ਰਹਮ ਨੂੰ ਮਿਲਣਾ ਚਾਹੁੰਦੇ ਜੋ, ਜਿਸ ਨੇ ਇਸ ਸੰਸਾਰ ਦੀ ਰਚਨਾ ਕੀਤੀ, ਜਿਹਨੇ ਸ੍ਰਿਸ਼ਟੀ ਨੂੰ ਆਪਣੇ ਅੰਦਰ ਪਰੋਇਆ ਹੋਇਆ ਹੈ, ਤੇ ਫਿਰ ਤੁਹਾਨੂੰ ਉਸੇ ਲੈਵਲ ਦੀ ਸੰਗਤ ਮਿਲ ਜੇਗੀ, ਆਟੋਮੈਟਿਕਲੀ ਤੁਹਾਡੇ ਕੋਲ ਪਹੁੰਚ ਜੇਗੀ। ਤੇ ਜੇਕਰ ਬੱਚੇ ਦੀ ਪਾਤਰਤਾ ਹੀ ਨਹੀਂ ਹੈਗੀ, ਸਟੂਡੈਂਟ ਹੀ ਨਲਾਇਕ ਹੈਗਾ, ਬੈਕ ਬੈਂਚਰ ਹੈਗਾ, ਤਾਂ ਭਾਵੇਂ ਉਹਨੂੰ ਜਿੱਥੇ ਮਰਜ਼ੀ ਭੇਜ ਦੋ, ਉਹ ਸਕਸੈਸ ਨਹੀਂ ਹੋਵੇਗਾ, ਕਿਉਂਕਿ ਕੋਈ ਯੋਗਤਾ ਨਹੀਂ ਹੈਗੀ ਨਿੱਜਰ ਸਾਹਿਬ। ਬਿਲਕੁਲ। ਕਾਲਜ ਥੋੜੀ ਕੁਛ ਕਰ ਸਕਦਾ ਜਦੋਂ ਬੱਚੇ ਦੀ ਯੋਗਤਾ ਨਹੀਂ ਨਿੱਜਰ ਸਾਹਿਬ। ਬਿਲਕੁਲ। ਹਾਂ, ਤੇ ਇਸ ਕਰਕੇ ਦੋਨਾਂ ਦੀ ਯੋਗਤਾ ਹੋਣੀ ਚਾਹੀਦੀ, ਕਾਲਜ ਦੀ ਵੀ ਤੇ ਸਟੂਡੈਂਟ ਦੀ ਵੀ। ਵਿਦਿਆਰਥੀ ਵੀ ਉਸ ਲੈਵਲ ਦਾ ਚਾਹੀਦਾ, ਸਕੂਲ ਵੀ ਉਸ ਲੈਵਲ ਦਾ ਚਾਹੀਦਾ। ਤੇ ਕਹਿੰਦੇ ਆ ਪੂਰਵਜ ਦਾ ਮਤਲਬ ਤੁਹਾਡਾ ਕੋਈ ਜੀਵਨ ਦਾ ਕੁਝ ਏਦਾਂ ਦੀ ਗਤੀਵਿਧੀ ਜਿਹਦੇ ਕਰਕੇ ਇਹ ਤੁਹਾਨੂੰ ਸਤਿਗੁਰੂ ਮਿਲ ਜਾਂਦਾ ਹੈ। ਹਾਂ, ਤੁਹਾਨੂੰ ਉਹ ਅਪਰੂਵਲ ਮਿਲੇਗਾ ਪ੍ਰਕਿਰਤੀ ਦੇ ਵੱਲੋਂ, ਔਰ ਤੁਹਾਨੂੰ ਉਹ ਡਾਇਰੈਕਸ਼ਨ ਮਿਲ ਜੇਗੀ, ਕਿਉਂਕਿ ਤੁਸੀਂ ਪ੍ਰਕਿਰਤੀ ਦੀ ਨਜ਼ਰ ਦੇ ਥੱਲੇ ਜੋ, ਤੇ ਪ੍ਰਕਿਰਤੀ ਤੇ ਉਹ ਦੇਖ ਰਹੀ ਹੈ ਤੁਹਾਨੂੰ। ਹੁਣ ਤੁਸੀਂ, ਤੁਹਾਡੇ ਅੰਦਰ ਇੱਛਾ ਹੈਗੀ ਹੈ ਮਾੜੇ ਕਰਮਾਂ ਦੀ, ਤੁਹਾਨੂੰ ਮਾੜੇ ਕਰਮ ਮਿਲ ਰਹੇ। ਹੁਣ ਜੇ ਤੁਹਾਡੇ ਅੰਦਰ ਇੱਛਾ ਹੈਗੀ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਵੇਖੋ ਤੁਸੀਂ ਗੁਰਦੁਆਰੇ ਜਾ ਕੇ ਜਾਓ, ਮੰਦਿਰ ਜਾਓ ਜਾਂ ਬਾਜ਼ਾਰ 'ਚ ਜਾਓ, ਤੁਹਾਡੀ ਦ੍ਰਿਸ਼ਟੀ ਉਸ ਚੀਜ਼ ਤੇ ਪੈਣੀ ਆ ਨਿੱਜਰ ਸਾਹਿਬ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਜਿਹੜੀ ਚੀਜ਼ ਦੀ ਇੱਛਾ ਹੈਗੀ ਹੈ, ਤੇ ਜੇ ਤੁਸੀਂ ਨਿਰਵਿਚਾਰ ਹੋ ਕੇ ਬੈਠੇ ਜੋ, ਤੇ ਫਿਰ ਰਾਮਾਨੰਦ ਜੀ ਕਹਿੰਦੇ ਕਿਤੇ ਜਾਣ ਦੀ ਲੋੜ ਹੀ ਨਹੀਂ, ਮੈਂ ਤੇ ਘਰੇ ਬੈਠਾ। ਕਿਉਂ? ਹੁਣ ਅੱਜ ਉਹ ਵੀਰ ਦਾ ਫੋਨ ਆਇਆ, ਉਹ ਕਹਿੰਦੇ ਨੇ ਬਠਿੰਡੇ 'ਚ ਉੱਥੇ ਮੁਲਾਜ਼ਮ ਨੇ, ਪਤਾ ਨਹੀਂ ਬਠਿੰਡੇ ਪਤਾ ਨਹੀਂ ਕਿਤੇ, ਉਹ ਕਹਿੰਦੇ ਮੈਂ ਬਹੁਤ ਘੱਟ ਧਾਰਮਿਕ ਸਥਾਨਾਂ ਤੇ ਜਾਂਦਾ, ਅੰਦਰੋਂ ਇੱਛਾ ਨਹੀਂ ਹੈਗੀ। ਮੈਂ ਜਦੋਂ ਤੁਹਾਡੇ ਅੰਦਰ ਤੁਹਾਨੂੰ ਉਸ ਚੀਜ਼ ਨੇ ਦਰਸ਼ਨ ਦਿੱਤੇ, ਤੁਹਾਨੂੰ ਉਹਦੇ ਨਾਲ ਸੰਪਰਕ ਸਥਾਪਿਤ ਕਰਨ ਦਾ ਮੌਕਾ ਮਿਲਿਆ ਨਾ, ਇੱਕ ਤੇ ਹੁੰਦਾ ਨਾ ਕਿ ਤੁਸੀਂ ਜ਼ਬਰਦਸਤੀ ਕੁਝ ਨਹੀਂ ਕਰਨਾ ਚਾਹੁੰਦੇ, ਮੈਂ ਤੁਹਾਡੇ ਅੰਦਰੋਂ ਆਵਾਜ਼ ਆਉਣੀ ਆ ਰਾਮਾਨੰਦ ਵਾਂਗੂ। ਰਾਮਾਨੰਦ ਜੀ ਤੇ ਇਹੋ ਗੱਲ ਕਹਿ ਰਹੇ ਆ ਕਿ ਘਰ ਲਾਗੋ ਰੰਗ ਮੇਰੇ, ਹੁਣ ਘਰੀ ਤੇ ਰੰਗ ਲੱਗ ਗਿਆ, ਮੈਂ ਕਿੱਥੇ ਜਾਵਾਂ? ਕਿਉਂਕਿ ਜਿਹੜੀ ਅੰਦਰੋਂ ਇੱਛਾ ਸੀ ਨਾ, ਉਹ ਜਿਹੜੀ ਚੀਜ਼ ਦੀ ਪ੍ਰਾਪਤੀ ਲਈ ਤੇ ਮੈਂ ਭੱਜ ਰਿਹਾ ਸੀ, ਉਹ ਚੀਜ਼ ਤੇ ਮੈਨੂੰ ਆਪਣੇ ਅੰਦਰੋਂ ਮਿਲ ਗਈ ਹੈ। ਤੇ ਹੁਣ ਇਸ ਕਰਕੇ ਬਾਹਰ ਜਾਣ ਨੂੰ ਵੀ ਕੋਈ ਕਾਰਨ ਤੇ ਚਾਹੀਦਾ ਨਾ ਨਿੱਜਰ ਸਾਹਿਬ। ਬਿਲਕੁਲ। ਹੁਣ ਕਾਰਨ ਕੋਈ ਹੈਗਾ ਨਹੀਂ। ਹੁਣ ਦੱਸੋ, ਆਪਾਂ ਕੋਈ ਚੀਜ਼ ਲੈਣ ਜਾਂਦੇ ਆ, ਮੈਂ ਪਾਸਪੋਰਟ ਬਣਾਉਣਾ ਹੈ, ਲਾਇਸੈਂਸ ਬਣਾਉਣਾ ਹੈ, ਜਾਂ ਪੈਨ ਕਾਰਡ ਬਣਾਉਣਾ, ਜਾਂ ਕੋਈ ਬੈਂਕ ਦਾ ਖਾਤਾ ਖੁਲਾਉਣਾ ਹੈ, ਮੈਂ ਕਿਉਂ ਜਾਵਾਂ ਜੇ ਮੇਰਾ ਨਹੀਂ ਹੈਗਾ?
ਜਦੋਂ ਮੇਰਾ ਖਾਤਾ ਆਲਰੇਡੀ ਬਣ ਚੁੱਕਿਆ ਨਿੱਜਰ ਸਾਹਿਬ, ਤੇ ਫਿਰ ਉੱਥੇ ਜਾਣ ਦਾ ਕੀ ਮਤਲਬ ਹੋਇਆ? ਇਹ ਮਤਲਬ, ਇਹਦਾ ਮਤਲਬ ਕਹਿਣ ਤੋਂ ਭਾਵ ਇਹ ਹੈ। ਠੀਕ ਹੈ ਜੀ। ਹਾਂ ਨਿੱਜਰ ਸਾਹਿਬ ਅੱਗੇ ਚਲੀਏ। ਅੱਗੇ ਆ ਗਿਆ ਸਤਿਗੁਰੂ ਦੇ ਬਾਰੇ ਦੱਸ ਰਹੇ ਹੁਣ। ਮਹਲਾ ਤੀਜਾ, ਨਾਮੇ ਰਤਾ ਸਤਿਗੁਰੂ ਹੈ, ਕਲਯੁਗ ਬੋਹਿਤ ਹੋਏ। ਕਹਿੰਦੇ ਸਤਿਗੁਰੂ, ਕਹਿੰਦੇ ਨਾਮ ਦੇ ਵਿੱਚ ਰਤਿਆ ਹੋਇਆ। ਜਿਹੜੇ ਨਾਮ ਦੇ ਵਿੱਚ ਰਤੇ ਹੋਏ ਆ, ਜਿਨ੍ਹਾਂ ਨੇ ਇਹ ਯਾਤਰਾ ਕੀਤੀ ਆ, ਉਹ ਸਤਿਗੁਰੂ ਹੈਗੇ ਭਾਈ, ਜਿਨ੍ਹਾਂ ਨੇ ਮੰਜ਼ਿਲ ਪਾ ਲਈ ਆ। ਨਾਮ ਦੇ ਵਿੱਚ ਰਤੇ ਗਏ, ਉਹ ਨਾਮ ਪਦਾਰਥ ਮਿਲ ਗਿਆ ਉਹਨਾਂ ਨੂੰ। ਤੇ ਕਲਯੁਗ ਦੇ ਵਿੱਚ, ਕਲਾ ਦੇ ਯੁੱਗ ਦੇ ਵਿੱਚ ਉਹ ਜਹਾਜ਼ ਦਾ ਕੰਮ ਕਰਦੇ ਆ। ਗੁਰਮੁਖ ਹੋਵੈ ਸੋ ਪਾਰ ਪਵੈ, ਜਿਨ੍ਹਾਂ ਅੰਦਰ ਸੱਚਾ ਹੋਏ। ਜਿਹੜਾ ਵੀ ਹੁਣ ਜਿਹੜਾ ਹੈਗਾ ਗੁਰਮੁਖ ਹੋਵੈ, ਗੁਰਮੁਖ ਹੋਵੈ ਦਾ ਕੀ ਮਤਲਬ ਆ? ਜਿਹੜਾ ਉਹਨਾਂ ਦੇ ਪਿੱਛੇ ਚੱਲੂਗਾ, ਜਿਹੜਾ ਵੀ ਉਹਨਾਂ ਦੀ ਗੱਲ ਮੰਨੂਗਾ, ਉਹ ਪਾਰ ਹੋ ਜਾਏਗਾ। ਸੋ ਪਾਰ ਪਵੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ, ਵਿਚਾਰਾਂ ਤੋਂ ਪਾਰ ਹੋ ਜਾਏਗਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਪਾਰ ਹੋ ਜਾਏਗਾ। ਜਿਨ੍ਹਾਂ ਅੰਦਰ ਸੱਚਾ ਸੋਏ। ਔਰ ਕੰਡੀਸ਼ਨ ਹੈ, ਕਿਉਂਕਿ ਸਤਿਗੁਰੂ ਜਿਹੜੇ ਹੈਗੇ ਇਹ ਸੱਚੇ ਸੱਚ ਹੈ। ਇਹਨਾਂ ਨੇ ਕੱਚ ਨੂੰ ਹਟਾ ਦਿੱਤਾ, ਕੱਚ ਤੇ ਉਹ ਜਿੱਤ ਲਿਆ ਕੱਚ ਨੂੰ। ਤੇ ਜਦੋਂ ਉਹ ਸੱਚ ਦਾ ਸਰੂਪ ਹੈਗੇ ਆ, ਤੇ ਫਿਰ ਜਿਹੜਾ ਉਹਨਾਂ ਦੀ ਸੰਗਤ ਕਰਦਾ ਹੈ, ਉਹਨਾਂ ਦੇ ਅਨੁਸਾਰ ਚੱਲਦਾ ਹੈ, ਉਹਨਾਂ ਦੇ ਅੰਦਰ ਵੀ ਸੱਚਾ ਹੋ ਜਾਂਦਾ ਹੈ ਭਾਈ। ਔਰ ਜਦ ਸੱਚਾ ਅੰਦਰ ਆ ਗਿਆ ਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ, ਤਰ ਜਾਂਦੇ ਆ। ਔਰ ਕੀ ਕਰਦੇ ਆ ਉਹ? ਨਾਮ ਸੰਭਾਲੇ, ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਉਹ ਕੀ ਕਰਦੇ? ਨਾਮ ਤਾਂ ਨਹੀਂ ਇਕੱਠਾ ਕਰਦੇ ਆ, ਨਾਮ ਤਾਂ ਨਹੀਂ ਸੰਭਾਲਦੇ ਆ, ਔਰ ਨਾਮ ਦੇ ਨਾਲ ਹੀ ਉਹਨਾਂ ਦੀ ਉੱਚੀ ਅਵਸਥਾ ਹੋ ਜਾਂਦੀ ਹੈ, ਸੋਭਾ ਹੋ ਜਾਂਦੀ ਹੈ। ਨਾਨਕ ਸਤਿਗੁਰ ਪਾਇਆ, ਕਰਮੇ ਪ੍ਰਾਪਤ ਹੋਏ। ਕਹਿੰਦੇ ਸਤਿਗੁਰੂ ਜਿਹੜੇ ਹੈਗੇ ਆ, ਜਿਨ੍ਹਾਂ ਨੇ ਵੀ ਸਤਿਗੁਰੂ ਪਾ ਲਿਆ, ਜਿਨ੍ਹਾਂ ਨੂੰ ਵੀ ਸਤਿਗੁਰੂ ਮਿਲ ਗਿਆ, ਉਹਨਾਂ ਨੂੰ ਜਿਹੜਾ ਹੈਗੇ ਆ ਉਹ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਮਾਲਕ ਵੱਲੋਂ ਬਖਸ਼ਿਸ਼ ਹੋ ਜਾਂਦੀ ਆ। ਨਾਮ ਦੇ ਨਾਲ ਫਿਰ ਆਤਮ ਦਰਸ਼ਨ ਹੋ ਜਾਂਦੇ ਆ, ਫਿਰ ਪਰਮਾਤਮ ਦਰਸ਼ਨ ਹੋ ਜਾਂਦੇ ਆ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ, ਹੁਣ ਇੱਥੇ ਆਪਾਂ ਸਮਝੀਏ ਨਾਮ ਰਤਾ ਸਤਿਗੁਰੂ ਹੈ। ਪਹਿਲੀ ਗੱਲ ਤੇ ਉਹ ਕਹਿੰਦੇ ਨੇ ਕਿ ਜਿਹੜਾ ਗਿਆਨ ਕਰਾ ਰਿਹਾ, ਉਹ ਕਹਿੰਦੇ ਉਹ ਰੱਬ ਦੇ ਵਿੱਚ ਇੱਕਮਿਕ ਹੋ ਚੁੱਕਿਆ। ਬਿਲਕੁਲ, ਉਹ ਨਾਮ ਦੇ ਵਿੱਚ ਰਤਿਆ ਗਿਆ। ਇੱਥੇ ਰਤੇ ਤੋਂ ਭਾਵ ਹੈ ਉਸ ਦਾ ਧਿਆਨ ਜਿਹੜਾ ਹੈ ਆਪਣੇ ਆਪ 'ਚ ਇਕਾਗਰ ਹੋ ਗਿਆ। ਉਹਦਾ ਧਿਆਨ ਹੁਣ ਸੰਸਾਰ ਦੇ ਵਿੱਚ ਨਹੀਂ ਹੈ। ਰਤੇ ਤੋਂ ਭਾਵ ਉਹ ਕੀ ਹੋ ਗਿਆ? ਸਵੈ ਅਸਤ ਹੋ ਗਿਆ। ਉਹਦਾ ਧਿਆਨ, ਉਹਦੇ ਜਿੱਦਾਂ ਸੂਰਜ ਅਸਤ ਹੋ ਜਾਂਦਾ ਨਾ, ਸ਼ਾਮੀ ਅਸਤ ਹੋ ਜਾਣਾ, ਛੁਪ ਗਿਆ, ਇਸੇ ਤਰ੍ਹਾਂ ਉਹਦਾ ਧਿਆਨ ਹੁਣ ਆਪਣੇ ਅੰਦਰ ਅਸਤ ਹੋ ਗਿਆ ਨਿੱਜਰ ਸਾਹਿਬ, ਆਤਮਾ ਤੱਤ ਦੇ ਵਿੱਚ। ਤੇ ਫਿਰ ਜਿਹੜਾ ਇਹਦਾ ਧਿਆਨ ਆਪਣੇ ਚ ਅਸਤ ਹੋ ਜੇ, ਜਿਹਦਾ ਇੱਛਾਵਾਂ ਮਰ ਜਾਣ, ਤੇ ਉਹ ਫਿਰ ਕੀ ਕਹਿੰਦੇ, ਉਹ ਬੋਧਾ ਹੈ, ਉਹ ਕਿਸ਼ਤੀ ਹੈ ਸਮੁੰਦਰੀ ਦਾ, ਕੋਈ ਜਹਾਜ਼ ਲਾ ਲਓ। ਕਿਉਂਕਿ ਹੁਣ ਉਹ ਇੱਕ ਆਮ ਆਦਮੀ ਨਹੀਂ ਰਹਿ ਗਿਆ, ਉਹ ਮੁਕਤ ਇਨਸਾਨ ਹੈ। ਕਬੀਰ ਸਾਹਿਬ ਚੈਲੰਜ ਕਰਦੇ ਨੇ, ਉਹ ਕਹਿੰਦੇ ਨੇ ਕਿ ਜੇ ਕਿਸੇ ਨੇ ਆਉਣਾ ਹੈ ਆ ਜਾਓ, ਇੱਧਰ ਮੈਂ ਡਾਂਗ ਫੜੀ ਹੋਈ ਹੈ। ਬਿਲਕੁਲ ਚੈਲੰਜ, ਓਪਨ ਚੈਲੰਜ। ਕਿਉਂ? ਕਿਉਂਕਿ ਉਹਨਾਂ ਨੇ ਉਹਦੇ ਲਈ ਕੋਈ ਦੂਜਾ ਬੰਦਾ ਥੋੜੀ ਸਟੇਟਮੈਂਟ ਦੇ ਸਕਦਾ ਹੈ। ਆਤਮ ਗਿਆਨ ਜਿਹੜਾ ਬੰਦਾ ਮਨੁੱਖ ਹੋ ਗਿਆ ਨਾ, ਉਹਨੂੰ ਖੁਦ ਹੀ ਇਹ ਗੱਲ ਦਾ ਨਿੱਜਰ ਸਾਹਿਬ ਇਹ ਗੱਲ ਉਹਨੂੰ ਦੱਸਣੀ ਪੈਣੀ ਆ। ਕਿਉਂਕਿ ਦੂਜਾ ਬੰਦਾ ਤੇ ਸਾਡੇ ਬਾਹਰੀ ਰੂਪ ਨੂੰ ਦੇਖਦਾ ਹੈ। ਹੁਣ ਮੈਂ ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ ਮੁਕਤ ਹੋ ਗਿਆ ਕਿ ਨਹੀਂ ਹੋਇਆ ਨਿੱਜਰ ਸਾਹਿਬ, ਇਹ ਮੈਨੂੰ ਪਤਾ ਹੋਣਾ ਚਾਹੀਦਾ ਵਾ। ਤੇ ਜੇ ਹੁਣ ਦੂਜਾ ਬੰਦਾ ਮੈਨੂੰ ਕਹਿ ਦੇ ਕਿ ਚਰਨਜੀਤ ਕਾਮ ਤੋਂ ਮੁਕਤ ਹੋ ਗਿਆ, ਤੇ ਕੀ ਗੱਲ ਸਹੀ ਹੈ? ਨਹੀਂ, ਉਹਨੂੰ ਕੀ ਪਤਾ, ਉਹਨੂੰ ਕੀ ਪਤਾ। ਇਸੇ ਤਰ੍ਹਾਂ ਉਹ ਕਹਿ ਰਹੇ ਨੇ ਕਿ ਉਹ ਜੋ ਵੀ ਇਨਸਾਨ ਹੈ, ਉਹ ਦੇਖੋ ਹੁਣ ਗੁਰੂਆਂ ਦੀ ਆਪਾਂ ਬਾਣੀ ਪੜ੍ਹਦੇ ਹਾਂ, ਔਰ ਉਹ ਕਹਿ ਰਹੇ ਨੇ ਕਿ ਇਹ ਕਲਯੁਗ ਦੇ ਵਿੱਚ ਹੀ ਤੁਹਾਡਾ ਗਿਆਨ, ਤੁਹਾਡਾ ਮਾਰਗਦਰਸ਼ਨ ਕਰਦੇ ਹਾਂ, ਕਿਉਂਕਿ ਅਸੀਂ ਉਸ ਆਤਮਾ ਨੂੰ ਜਾਣ ਲਿਆ, ਔਰ ਜਾਣ ਕੇ ਉਸ ਤੱਤ ਦੇ ਵਿੱਚ, ਜੋ ਅਵਸਥਾ ਦੇ ਵਿੱਚ, ਦੇਖੋ
ਬਾਣੀ ਕਹਿੰਦੀ ਬ੍ਰਹਮ ਗਿਆਨੀ ਦੀ ਜਿਹੜੀ ਉਸਤਤ ਹੈ ਬ੍ਰਹਮ ਗਿਆਨੀ ਜਾਣਦਾ ਹੈ ਨਜਾ ਸਾਹਿਬ। ਕਿਉਂਕਿ ਸਧਾਰਨ ਬੰਦੇ ਨੂੰ ਤਾਂ ਪਤਾ ਵੀ ਨਹੀਂ ਹੈ। ਨਹੀਂ ਸਧਾਰਨ ਬੰਦੇ ਕੋਲ ਕੀ ਕਸੌਟੀ ਹੈ? ਉਹਨੂੰ ਕੀ ਪਤਾ ਹੈ ਕਿ ਵੀ ਅਗਲਾ, ਉਹਨੇ ਤਾਂ ਅਗਲੇ ਦਾ ਬਾਹਰੀ ਰੂਪ ਦੇਖਣਾ ਹੈ। ਹਾਂ, ਉਹਨੇ ਤਾਂ ਬਾਹਰੀ ਰੂਪ ਦੇਖਣਾ ਹੈ, ਪਰ ਉਹ ਕਹਿੰਦੇ ਕੋਈ ਭਲਾ ਕਵੇ ਕੋਈ ਬੁਰਾ ਕਵੇ ਤੇ ਉਹ ਨਹੀਂ ਪਰਵਾਹ ਕਰਦੇ ਕਿ ਲੋਕ ਕੀ ਕਹਿੰਦੇ। ਕੋਈ ਕਹਿੰਦੇ ਕੁਰਈਆ ਹੈ, ਕੋਈ ਕਹਿੰਦੇ ਭੂਤਨਾ ਹੈ, ਕੋਈ ਕਹਿੰਦੇ ਬੇਤਲ ਹੈ, ਪਰ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੌਣ ਹੈ। ਇਸੇ ਕਰਕੇ ਤੇ ਮੈਸੇਜ ਨੂੰ ਦੇਣ ਵਾਸਤੇ 4 ਉਦਾਸੀਆਂ ਕੀਤੀਆਂ ਤੇ ਕਬੀਰ ਸਾਹਿਬ ਸਾਰੇ ਬਨਾਰਸ ਦੇ ਨਾਲ ਉੱਥੇ ਵੇਖੋ ਸਾਹਮਣੇ ਆਮਣ ਸਾਹਮਣੇ ਸਾਰਾ ਕੰਪੀਟੀਸ਼ਨ ਹੋ ਰਿਹਾ। ਮੁਸਲਮਾਨਾਂ ਨੂੰ ਵੀ ਜਿਹੜਾ ਹੈਗਾ, ਉਹਨਾਂ ਨੂੰ ਵੀ ਜਿਹੜੇ ਹੈਗੇ ਉਹਨਾਂ ਦੀਆਂ ਵੀ ਕਮੀਆਂ ਕੱਢੀ ਜਾ ਰਹੇ ਆ, ਵੱਡਿਆਂ ਦੀਆਂ, ਤੇ ਹਿੰਦੂਆਂ ਦੀ ਵੀ ਕੱਢੀ ਜਾ ਰਹੇ। ਹਾਂ, ਉਹ ਦੇਖੋ ਕਿੱਡੀ ਵੱਡੀ ਗੱਲ ਹੈ। ਅੱਜ ਕੱਲ ਤੇ ਥੋੜਾ ਜਿਹਾ ਕੋਈ ਬੋਲਦਾ ਨਾਲ ਹੀ ਫੜ ਕੇ ਉਹਦਾ ਸੌਦਾ ਲਾ ਦਿੰਦੇ। ਤੇ ਕਬੀਰ ਸਾਹਿਬ ਡਰੇ ਨਹੀਂ। ਆਪਾਂ ਜਸਟ ਸੋਚੋ ਕਬੀਰ ਸਾਹਿਬ ਨੇ ਕਿੰਨਾ ਜ਼ਬਰਦਸਤ ਉੱਥੇ ਕੰਪੀਟੀਸ਼ਨ ਕੀਤਾ ਉਹ ਨਜਾ ਸਾਹਿਬ। ਬਿਲਕੁਲ। ਆ ਕਰ ਤੇ ਫਿਰ ਮਗਰ ਚੱਲ ਗਏ ਤੇ ਮਗਰ ਦਾ ਵੀ ਉਹਨਾਂ ਨੇ ਦੱਸਿਆ, ਵਰਨਰ ਕੀਤਾ ਹੈ, ਐਕਸਪਲੇਨ ਕੀਤਾ ਆਪਣੀ ਬਾਣੀ ਦੇ ਵਿੱਚ। ਫਿਰ ਉਹ ਕਹਿੰਦੇ ਆ ਕਿ ਆਖਰੀ ਟਾਈਮ ਆ ਗਿਆ, ਹੁਣ ਤੂੰ ਖੋਤੇ ਦੀ ਜੂਨ ਪਵੇਂਗਾ, ਮਗਰ ਚੱਲ ਪਿਆ। ਤੇ ਉਹ ਗੱਲਾਂ ਬਾਤਾਂ ਏਦਾਂ ਦੀਆਂ ਕੀਤੀਆਂ। ਇਹਦਾ ਮਤਲਬ ਕਿ ਉਹ ਲੋਕ ਕੀ ਸੋਚਦੇ ਨੇ, ਲੋਕ ਕੀ ਕਰਨ ਵਾਸਤੇ ਕਹਿੰਦੇ ਸੀ ਤੇ ਕਬੀਰ ਜੀ ਕੀ ਕਰ ਰਹੇ ਸੀ। ਇਸੇ ਕਰਕੇ ਕਹਿੰਦੇ ਨੇ ਕਿ ਭਗਤਾਂ ਤੇ ਸੰਸਾਰੀਆਂ ਦੀ ਗੱਲ ਜਿਹੜੀ ਵੱਖੋ ਵੱਖ ਹੁੰਦੀ ਹੈ, ਕਿਉਂਕਿ ਉਹਨਾਂ ਦਾ ਰਸਤਾ ਵੱਖੋ ਵੱਖ ਹੈ। ਹੁਣ ਇੱਥੇ ਦੇਖੋ, ਉਹ ਕਹਿੰਦੇ ਅਗਲੀ ਤੁਕ ਵੇਖੋ, ਕਹਿੰਦੇ ਗੁਰਮੁਖ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋਏ। ਜਿਹੜਾ ਵੀ ਇਨਸਾਨ ਉਹਨਾਂ ਦੀ ਗੱਲ ਮੰਨੂਗਾ ਸਤਿਗੁਰੂ ਦੀ, ਉਹ ਗੁਰਮੁਖ ਸਿਸਟਮ 'ਚ ਆ ਗਿਆ। ਗੁਰੂ ਦੀ ਗੱਲ ਮੰਨ ਲਈ, ਉਹਦਾ ਗੁਰੂ ਦੇ ਮੁਖ ਤੋਂ ਜੋ ਗਿਆਨ ਆ ਰਿਹਾ ਉਹ ਲੈ ਰਿਹਾ ਹੈ, ਤੇ ਉਹ ਕਹਿੰਦੇ ਪਾਰ ਹੋ ਜਾਏਗਾ। ਔਰ ਉਹਦੇ ਅੰਦਰ ਵੀ ਸੱਚਾ ਆ ਗਿਆ, ਸੱਚ ਆ ਜਾਣਾ ਉਹਦੇ ਅੰਦਰ। ਇਹ ਉਹਦੀ ਜਿਹੜੀ ਹੈਗੀ ਪਰਖ ਹੈ ਕਿ ਉਹਦੇ ਅੰਦਰ ਸੱਚ ਆ ਜਾਏਗਾ। ਜਿਹਦੇ ਅੰਦਰ ਸੱਚ ਹੈਗਾ ਭਾਈ, ਉਹੀ ਜਿਹੜਾ ਹੈਗਾ ਸੰਸਾਰ ਤੋਂ ਨਿਕਲੂਗਾ। ਜਿਹਦੇ ਅੰਦਰ ਕੱਚ ਮਾਇਆ ਪਈ ਹੈ, ਉਹ ਥੋੜੀ ਨਾ, ਉਹ ਤਾਂ ਮਾਇਆ ਦੇ ਵਿੱਚ ਪੂਰੀ ਤਰ੍ਹਾਂ ਗਲਤਾਨ ਹੈ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਹੁਣ ਜਿਹੜਾ ਬੰਦਾ ਅੰਦਰੋਂ ਸੱਚਾ ਹੈ ਉਹੀ ਪਾਰ ਲੰਘੇਗਾ। ਬਿਲਕੁਲ। ਇੱਥੇ ਕੋਈ ਏਦਾਂ ਦਾ ਬੰਦਾ ਨਹੀਂ ਲਿਖਿਆ ਜਿਹੜਾ ਸੇਵਾ ਕਰਦਾ ਹੈ, ਝਾੜੂ ਫੇਰਦਾ ਹੈ, ਜਾਂ ਜਿਹਨੇ ਪਾਠ ਬਹੁਤ ਜ਼ਿਆਦਾ ਕੀਤਾ ਹੈ। ਨਜਾ ਸਾਹਿਬ ਬਿਲਕੁਲ ਬਈ, ਅੰਦਰ ਭਾਵੇਂ ਕਾਲਕ ਭਰੀ ਹੋਈ ਆ, ਉਹ ਨਹੀਂ ਪਾਰ ਪੈਂਦਾ। ਨਿੱਜੇ ਸਾਹਿਬ ਏਦਾਂ ਦੀ ਦੇਖ ਲਓ, ਆਪ ਕਲੀਅਰ ਕਰ ਦਿਓ ਪਲੀਜ਼, ਸੰਗਤ ਦੇ ਮਨ 'ਚ ਕੋਈ ਕਨਫਿਊਜ਼ਨ ਨਾ ਹੋ ਜੇ। ਇੱਥੇ ਇਹ ਗੱਲ ਨਿਬੜਨੀ ਹੈ, ਉਹ ਪਾਰ ਲੰਘੇਗਾ ਜਿਹੜਾ ਅੰਦਰੋਂ ਸੱਚਾ ਹੋ ਗਿਆ। ਹਾਂ ਬਿਲਕੁਲ ਸਹੀ ਗੱਲ ਹੈ। ਕਿਉਂਕਿ ਇਹ ਮਨ ਫਿਰ ਬਾਣੀ ਵੀ ਕਹਿੰਦੀ ਰਾਮ ਰਾਮ ਕਰਤਾ ਸਭ ਜਗ ਫਿਰੇ ਤੇ ਰਾਮ ਨਾ ਪਾਇਆ ਜਾਏ। ਉਹ ਕਹਿੰਦੇ ਆ ਕਿ ਇਹ ਇਨ ਬਿਦ ਨਾ ਪਾਇਓ ਮੈਂ ਕੀ ਇਹ ਕਰਮ ਅਨੇਕਾਂ। ਬਾਣੀ 'ਚ ਵੀ ਕਹਿੰਦੇ ਆ ਹਾਰ ਪਿਓ स्वामी के द्वारे दीजे बुद्ध विवेका। मैं बहुत कर्म कीते हो, फिर वो कहते गल नहीं बनी। इसलिए कहते हैं कि जेड़ा अंदरों सच्चा हो गया ना, केवल वो स्वीकार है, उन्हें पार लंघना जी। इस चीज को आप दिमाग च पा के रखिए कि साडा टारगेट की है, अंदरों सच्चे होना। और देखो बाहर ਜਿਹੜਾ ਹੈਗਾ ਲੋਕਾਂ ਨੂੰ ਪਤਾ ਲੱਗ ਜਾਏਗਾ ਗੋਰਕੀ ਸਾਹਿਬ, ਕਿਉਂਕਿ ਉਹਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਕੋਲੋਂ ਉਹਦੇ ਕਰਮਾਂ ਦੀ ਖੁਸ਼ਬੂ ਆਉਂਦੀ ਹੈ। ਉਹ ਕੀ ਕਰਦਾ ਹੈ? ਨਾਮ ਸੰਭਾਲੇ, ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਉਹ ਤਾਂ ਭਗਤੀ ਕਰਦਾ ਹੈ, ਭਗਤੀ ਕਰਦਾ ਹੈ। ਉਹ ਤੇ ਬਿਜ਼ਨਸ ਹੀ ਉਹ ਕਰਦੇ ਆ ਜੀ। ਹਾਂ ਬਸ ਉਹਦੇ ਜੀਵਨ ਦਾ ਮਕਸਦ ਹੀ ਉਹ ਬਿਜ਼ਨਸ। ਹਾਂ ਕਬੀਰ ਸਾਹਿਬ ਕੀ ਕਰਨ ਦੇ, ਐਵੇਂ ਥੋੜੀ ਸੰਗਤਾਂ ਨੂੰ ਇਕੱਠਾ ਕਰਕੇ ਰਾਤ ਨੂੰ ਕਿਤੇ ਲੰਗਰ ਲਾਉਣੇ। ਆਪ ਜਸਟ ਸੋਚੋ ਕਿੰਨੇ ਲਿਮਟਿਡ ਰਿਸੋਰਸਸ ਹੋਣਗੇ ਤੇ ਉਹ ਸੰਗਤ ਇਕੱਠੀ ਕਰ ਰਹੇ ਨੇ। ਘਰ ਦੇ ਰੌਲਾ ਪਾਉਂਦੇ ਆ, ਮਾਂ ਕਿਲੋ ਗਾਲਾਂ ਕੱਢਣ ਦੀ। ਜਬ ਸੇ ਮਾਲਾ ਪਕੜੀ ਨ ਪੂਤੇ ਤਬ ਸੇ ਸੁਖ ਨਾ ਪਿਓ। ਬਿਲਕੁਲ, ਹਾਂ ਬਿਲਕੁਲ। ਉਹ ਕਹਿੰਦੀ ਜਦੋਂ ਦੀ ਤੂੰ ਮਾਲਾ ਫੜੀ ਹੈ, ਨਪੂਤਾ ਹੈਗਾ ਤੂੰ, ਤੇਰੀ ਮਾਲਾ ਫੜਨ ਦੇ ਵਿੱਚ ਇੰਨੇ ਪਰੇਸ਼ਾਨ ਹੋਏ ਪਏ, ਸੁੱਖ ਨਹੀਂ ਹੈਗਾ। ਸੁੱਖ ਨਹੀਂ ਹੈਗੀ, ਮਤਲਬ ਕਿ ਜਿਹੜਾ ਦੁਖੀਆਂ ਚਾਰ ਇਕੱਠੀਆਂ ਕਰਦਾ ਉਹਦਾ ਵੀ ਤੇ ਲੰਗਰ ਲਾ ਦੇ ਦਿੰਦਾ, ਤੇ ਤੇਰੇ ਕੋਲ ਵਿਹਲੜੇ ਲੋਕ ਬਥੇਰੇ ਇਕੱਠੇ ਹੋ ਜਾਂਦੇ ਆ, ਤੇ ਉਹ ਤੁਸੀਂ ਕਹਿੰਦਾ ਕਿ ਭਗਤ ਹੈਗੇ, ਸਾਧਕ ਹੈਗੇ ਆ। ਕਿਉਂਕਿ ਆਮ ਬੰਦਾ ਸੰਸਾਰੀ ਜਿਹੜਾ ਹੁੰਦਾ ਹੈ
ਉਹਦੀ ਦ੍ਰਿਸ਼ਟੀ ਆਪਣੀ। ਇਹੋ ਗੱਲ ਗੁਰੂ ਨਾਨਕ ਪਾਤਸ਼ਾਹ ਨਾਲ ਹੋਈ ਸੀ। ਗੁਰੂ ਨਾਨਕ ਪਾਤਸ਼ਾਹ ਜਦੋਂ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਸੱਚਾ ਸੌਦਾ ਕਰਕੇ ਆਓ, ਫਿਰ ਸੱਚਾ ਸੌਦਾ ਕੀਤਾ ਤੇ ਘਰ ਆਏ ਤੇ ਉਹਨਾਂ ਤੇ ਵੈਸੇ ਸੱਚਾ ਸੌਦਾ ਹੀ ਕੀਤਾ। ਉਸ ਤੋਂ ਕਿਉਂਕਿ ਜਿਹੜੇ ਜਿਨ੍ਹਾਂ ਨੂੰ ਭੁੱਖ ਲੱਗੀ ਸੀ ਕੀਤਾ ਕਿਸੇ ਮੱਠ ਦੇ ਵਿੱਚ ਗਏ ਹੋਣਗੇ, ਉੱਥੇ ਸਾਧੂਆਂ ਕੋਲ ਖਾਣ ਖੂਣ ਲਈ ਕੋਈ ਪੈਸੇ ਨਹੀਂ ਹੋਣੇ। ਨਹੀਂ, ਉਹ ਇਹ ਥੋੜੀ ਹੈ ਕਿ ਉਹਨਾਂ ਸੜਕ ਤੇ ਲੰਗਰ ਲਾਤਾ ਹੋਣਾ। ਉਹਨਾਂ ਨੇ ਵੇਖਿਆ ਜਿੱਥੇ ਜ਼ਰੂਰਤ ਹੈਗੀ ਹੈ, ਉਹਨਾਂ ਨੇ ਵੇਖਿਆ ਕਿ ਇਹਨਾਂ ਲੋਕਾਂ ਦਾ ਕੋਈ ਸਿਸਟਮ ਨਹੀਂ ਏਡਾ ਵਧੀਆ ਤੇ ਬਹੁਤ ਵਿਚਾਰੇ ਭੁੱਖ ਨਾਲ ਬੈਠੇ ਨੇ, ਔਰ ਉਹਨਾਂ ਲਈ ਉਹਨਾਂ ਨੇ ਕੋਈ ਨਾ ਕੁਝ ਕਰਤਾ ਅਰੇਂਜਮੈਂਟ, ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ। ਉਹ ਫਿਰ ਵੇਖੋ, ਫਿਰ ਘਰ ਦੇ ਜਿਹੜੇ ਹੈਗੇ ਨੇ ਉਹ ਮੇਰੇ ਵਰਗੇ ਉਦਾਂ ਦੀ ਬੁੱਧੀ ਹੈ, ਸੰਸਾਰੀ ਬੁੱਧੀ ਹੈ। ਉਹ ਕਹਿੰਦੇ ਵੀ ਤੂੰ ਤੇ ਪੈਸੇ ਵੇਸਟ ਕਰ ਰਿਹਾ, ਪਰ ਉਹ ਕਹਿੰਦੇ ਬਿਜ਼ਨਸ ਵਧੀਆ ਕੀਤਾ ਹੈ। ਆਹ ਦੇਖੋ, ਉਹ ਤੇ ਕਹਿੰਦੇ ਜਿਨ੍ਹਾਂ ਨੇ ਅੰਦਰ ਸੱਚਾ ਹੈ, ਉਹ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਅੰਦਰੋਂ ਸੱਚੇ ਸਨ ਤੇ ਉਹਨਾਂ ਨੇ ਸੱਚ ਖਰੀਦ ਲਿਆ। ਸੱਚਾ ਸੌਦਾ ਕਰ ਲਿਆ। ਹਾਂ, ਸੱਚਾ ਸੌਦੇ ਦਾ ਮਤਲਬ ਤੁਸੀਂ ਸੱਚ ਨੂੰ ਖਰੀਦੋਗੇ ਤੇ ਤਾਂ ਹੀ ਤੇ ਸੱਚ ਖੁਸ਼ ਹੁੰਦਾ। ਬਿਲਕੁਲ। ਹੁਣ ਜਦੋਂ ਮੇਰੇ ਚ ਔਕਾਤ ਹੀ ਨਹੀਂ ਹੈਗੀ ਤੇ ਫਿਰ ਉਹ ਮਾਇਆ ਤੇ ਖੁਸ਼ ਹੋ ਜਾਏਗੀ, ਪਰ ਰੱਬ ਨਹੀਂ ਖੁਸ਼ ਹੁੰਦਾ। ਠੀਕ ਹੈ ਜੀ, ਕਿਉਂਕਿ ਰੱਬ ਨੂੰ ਇੱਕੋ ਚੀਜ਼ ਚਾਹੀਦੀ, ਉਹ ਸੱਚ ਚਾਹੀਦਾ ਜੀ, ਹੋਰ ਤੇ ਕੁਛ ਵੀ ਨਹੀਂ ਹੈਗਾ। ਰੱਬ ਦੀ ਡਿਮਾਂਡ ਇੱਕੋ ਹੀ ਡਿਮਾਂਡ ਆ, ਸੱਚ। ਉਹ ਕਹਿੰਦਾ ਨਾ ਵੱਧ ਨਾ ਘੱਟ, ਤੂੰ ਸੱਚ ਨੂੰ ਖਰੀਦ ਲੈ ਤੇ ਮੈਂ ਤੇਰੇ ਵਾਲੇ। ਗੱਲ ਖਤਮ ਹੋ ਗਈ। ਆ ਲਿਖਿਆ ਬਾਣੀ ਦੇ ਵਿੱਚ, ਆ ਫਿਰ ਪੜ੍ਹ ਲਓ। ਉਹ ਕਹਿੰਦੇ ਆ ਕਿ ਗੁਰਮੁਖ ਹੋਵੇ ਸੋ ਪਾਰ ਪਵੇ, ਜਿਨ੍ਹਾਂ ਅੰਦਰ ਸੱਚਾ ਹੋਏ ਸੋਏ। ਜਿਹੜੇ ਅੰਦਰੋਂ ਸੱਚੇ ਹੋ ਗਏ ਤੇ ਫਿਰ ਉਹ ਕਹਿੰਦੇ ਕੇਵਲ ਉਹੀ ਪ੍ਰਮਾਤਮਾ ਦੇ ਕੋਲ ਪਹੁੰਚ ਸਕਦੇ। ਬਿਲਕੁਲ, ਬਾਕੀ ਤੇ ਮਾਇਆ ਚ ਹੀ ਰਹਿਣਗੇ। ਅਗਲੇ ਬੰਨੇ ਬੋਲੋ ਨਜਰ ਸਾਹਿਬ। ਨਾਨਕ ਸਤਿਗੁਰ ਪਾਇਆ। ਦੇਖੋ, ਆ ਕੰਡੀਸ਼ਨ ਮਿਟ ਹੋ ਗਈ। ਸਤਿਗੁਰ ਪਾਇਆ ਦਾ ਕੀ ਮਤਲਬ ਹੈ? ਵੀ ਗਿਆਨ ਮਿਲ ਗਿਆ ਉਹਨਾਂ ਨੂੰ, ਜਿਹੜੇ ਉਹ ਗਿਆਨ ਦੀ ਕਮਾਈ ਕੀਤੀ ਉਹਨਾਂ ਨੇ। ਫਿਰ ਕਰਮੇ ਪ੍ਰਾਪਤ ਹੋਏ, ਕਰਮਾਂ ਦੇ ਨਾਲ ਫਿਰ ਨਾਮ ਜਿਹੜਾ ਹੈਗਾ ਪ੍ਰਾਪਤ ਹੋ ਜਾਂਦਾ ਹੈ। ਮਾਲਕ ਪਰਮਾਤਮਾ ਵੱਲੋਂ ਜਿਹੜੀ ਗਿਫਟ ਨਾਮ ਦੀ ਆ ਜਾਂਦੀ ਹੈ, ਨਾਮ ਪਦਾਰਥ। ਤੇ ਉਸ ਤੋਂ ਅੱਗੇ ਹੁਣ ਜਿਹੜੀ ਹੈ ਪੌੜੀ ਹੈਗੀ। ਪੌੜੀ, ਆਪੇ ਪਾਰਸ ਆਪ ਧਾਤ ਹੈ, ਆਪ ਕੀਤੋਨ ਕੰਚਨ। ਹੁਣ ਦੇਖੋ, ਇੱਕ ਹੁੰਦਾ ਹੈ ਪਾਰਸ ਪੱਥਰ ਹੁੰਦਾ ਹੈ, ਤੇ ਪਾਰਸ ਪੱਥਰ ਦਾ ਕੰਮ ਹੈ ਕਿ ਲੋਹਾ ਵਗੈਰਾ ਜਿਹੜੀਆਂ ਧਾਤਾਂ ਹੈਗੀਆਂ ਇਹਨਾਂ ਨੂੰ ਟੱਚ ਕਰਦਾ ਹੈ ਤੇ ਇਹਨੂੰ ਜਿਹੜਾ ਹੈਗਾ ਇਹ ਸੋਨਾ ਬਣਾ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਹੈਗਾ, ਆਪ ਹੀ ਕਹਿੰਦੇ ਆ ਪਾਰਸ ਹੈਗਾ ਮਾਲਕ, ਔਰ ਆਪ ਹੀ ਧਾਤ ਹੈਗਾ। ਧਾਤ ਹੈਗੇ, ਆਪਾਂ ਧਾਤ ਹਾਂ ਭਾਈ, ਆਪਾਂ ਲੋਹੇ ਹੈਗੇ। ਆਪਾਂ ਨੇ ਕੰਚਨ ਹੋਣਾ ਹੈ, ਸੋਨਾ ਹੋਣਾ ਹੈ। ਆਪ ਕੀਤੋਨ ਕੰਚਨ, ਮਾਲਕ ਪਰਮਾਤਮਾ ਨੇ ਹੀ ਕੰਚਨ ਬਣਾਉਣਾ ਆ। ਜੋ ਆਪ ਪਿੱਛੇ ਦੱਸੇ ਆ ਦੋ ਜਿਹੜੇ ਹੈਗੇ ਆਪਾਂ ਸ਼ਲੋਕ ਲਏ ਆ, ਬਈ ਗੁਰੂ ਨੂੰ ਮਿਲਾ ਕੇ ਸਤਿਗੁਰੂ ਦੀ ਸੇਵਾ ਕਰਕੇ ਇਸ ਤਰੀਕੇ ਦੇ ਨਾਲ ਉਹ ਕੰਚਨ ਕਰ ਦਿੰਦਾ ਹੈ ਮਾਲਕ। ਆਪੇ ਠਾਕੁਰ ਸੇਵਕ ਆਪੇ ਹੀ ਪਾਪ ਖੰਡਨ। ਦੇਖੋ, ਠਾਕੁਰ ਆ ਮਾਲਕ ਪਰਮਾਤਮਾ, ਮਾਲਕ ਆ ਔਰ ਸੇਵਕ ਵੀ ਉਹੀ ਹੈ। ਸਾਰਿਆਂ ਦੇ ਵਿੱਚ ਗੁਪਤ ਰੂਪ ਦੇ ਵਿੱਚ ਉਹਦੀ ਜੋਤ ਹੈਗੀ, ਔਰ ਆਪ ਹੀ ਜਿਹੜਾ ਹੈਗਾ ਸੇਵਕਾਂ ਦੇ ਜਿਹੜੇ ਹੈਗੇ ਪਾਪ ਦੂਰ ਕਰਦਾ ਹੈ। ਆਪੇ ਹੀ ਪਾਪ ਖੰਡਨ, ਸਤਿਗੁਰੂ ਮਿਲਾਉਂਦਾ ਹੈ, ਧਿਆਨ ਸਿਮਰਨ ਕਰਕੇ ਪਾਪ ਖੰਡਨ ਕਰ ਦਿੰਦਾ ਹੈ। ਆਪੇ ਸਭ ਘਟ ਭੋਗਵੈ ਸੁਆਮੀ, ਆਪੇ ਹੀ ਸਭ ਅੰਜਨ। ਕਹਿੰਦੇ ਸਾਰਿਆਂ ਦੇ ਅੰਦਰ ਉਹ ਮਾਲਕ ਪਰਮਾਤਮਾ ਹੀ ਹੈਗਾ। ਸਾਰੇ ਘਟਾਂ ਨੂੰ ਭੋਗਣ ਵਾਲਾ ਮਾਲਕ ਹੀ ਹੈਗਾ। ਔਰ ਜਿੰਨੀ ਵੀ ਆ ਮਾਇਆ ਆ, ਪੰਜਾਂ ਤੱਤਾਂ ਦੀ ਰਚਨਾ ਹੈਗੀ, ਜਿਹੜਾ ਇਹ ਅੰਜਨ ਹੈਗਾ, ਕਹਿੰਦੇ ਇਹ ਵੀ ਉਹ ਮਾਲਕ ਪਰਮਾਤਮਾ ਹੀ ਹੈ। ਉਹਨੇ ਹੀ ਪੈਦਾ ਕੀਤਾ ਹੈ ਸਾਰਾ ਦਾ ਸਾਰਾ, ਉਹਦੀ ਸ਼ਕਤੀ ਹੈ, ਉਹੀ ਆਪ ਹੈਗਾ। ਆਪੇ ਸਭ ਘਟ ਭੋਗਵੈ ਸੁਆਮੀ, ਆਪੇ ਹੀ ਸਭ ਅੰਜਨ। ਅੰਜਨ ਦਾ ਮਤਲਬ ਹੁੰਦਾ ਕਾਲਕ। ਆਪ ਵਿਵੇਕ, ਆਪ ਸਭ ਵੇਤਾ, ਆਪੇ ਗੁਰਮੁਖੇ ਭੰਜਨ। ਕਹਿੰਦੇ ਇਹ ਜਿਹੜੀ ਮਾਇਆ ਹੈਗੀ, ਇਹਨੂੰ ਤੋੜਨ ਵਾਲਾ ਉਹ ਵੀ ਮਾਲਕ ਹੀ ਹੈਗਾ। ਭੰਜਨ ਗੁਰੂ ਦੇ ਰਾਹੀਂ ਤੋੜਦਾ ਹੈ, ਗੁਰਮੁਖੇ ਬ੍ਰਹਮ ਗਿਆਨੀਆਂ ਦੇ ਰਾਹੀਂ ਤੋੜਦਾ ਹੈ, ਇਹਨੂੰ ਬ੍ਰਹਮ ਗਿਆਨ ਦੇ ਕੇ ਤੋੜਦਾ ਹੈ। ਆਪ ਵਿਵੇਕ ਬੁੱਧੀ ਮਾਲਕ ਦੇ ਕੋਲ ਆ, ਮਾਲਕ ਆ ਵਿਵੇਕ ਦੇਣ ਵਾਲਾ।
ਆਪ ਸਭ ਬੇਤਾ ਸਾਰਾ ਗਿਆਨੀ ਉਹ ਮਾਲਕ ਪਰਮਾਤਮਾ ਹੈਗਾ। ਸਾਰਾ ਗਿਆਨ ਮਾਲਕ ਦੇ ਕੋਲੋਂ ਆਉਂਦਾ ਹੈ। ਆਖਰੀ ਦੇ ਵਿੱਚ ਮਹਾਰਾਜ ਕਹਿੰਦੇ ਜਨ ਨਾਨਕ, ਇਹ ਜਿਹੜੇ ਹੈਗੇ ਆ, ਇਹ ਚੌਥੀ ਪਾਤਸ਼ਾਹੀ ਜਿਹੜੀ ਹੈਗੀ ਆ ਉਹਨਾਂ ਦੀ ਬਾਣੀ ਆ, ਉਹਨਾਂ ਦੀ ਪੌੜੀ ਹੈਗੀ। ਆਪਣੇ ਤੇ ਲਾ ਕੇ ਕਹਿ ਰਹੇ ਮਹਾਰਾਜ, ਜਨ ਨਾਨਕ ਸਲਾਹ ਨਾ ਰੱਜੈ ਤੁਧ ਕਰਤੇ। ਹੇ ਮੇਰੇ ਮਾਲਕਾ, ਮੈਂ ਤੇਰੀ ਭਗਤੀ ਕਰਦੇ ਰੱਜਦਾ ਨਹੀਂ ਹੈਗਾ, ਮੇਰਾ ਵੱਧ ਤੋਂ ਵੱਧ ਭਗਤੀ ਕਰਨ ਨੂੰ ਜੀ ਕਰਦਾ ਹੈ। ਤੂੰ ਹਰ ਸੁਖ ਦਾਤਾ ਵੱਢਣ, ਤੂੰ ਮਾਲਕਾ ਤੂੰ ਸਾਰੇ ਸੁਖ ਦੇਣ ਵਾਲਾ ਸਭ ਤੋਂ ਵੱਡਾ ਹੈਗਾ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇੱਥੇ ਉਹ ਬਾਣੀ ਚ ਕਹਿ ਰਹੇ ਨੇ, ਆਪੇ ਪਾਰਸ ਹੈ, ਆਪੇ ਤਾਤ ਹੈ, ਆਪੇ ਹੀ ਗੀਤੋਂ ਕੰਚਨ, ਆਪ ਹੀ ਸੋਨਾ ਕਰਨ ਦੇਣਾ ਹੈ, ਤੂੰ ਸ਼ੁੱਧ ਕਰ ਦੇਣਾ ਹੈ। ਤੇ ਹਾਂ ਹੈ ਨਿਜ ਸਭ ਸਾਰਾ ਤੇ ਬ੍ਰਾਹਮੀ ਹੈ। ਬਿਲਕੁਲ। ਜਦੋਂ ਵੀ ਆ ਸਾਰਾ ਕੁਝ ਖਤਮ ਹੋ ਜਾਏਗਾ ਤੇ ਬ੍ਰਾਹਮੀ ਤੇ ਰਹਿ ਜਾਣਾ ਹੈ। ਆਉਣਾ ਕਿੱਥੋਂ ਹੈ? ਬ੍ਰਹਮ ਚੋਂ ਹੀ। ਬਿਲਕੁਲ ਬਿਲਕੁਲ ਸਹੀ ਗੁਰਕੀ ਸਾਹਿਬ। ਦੇਖੋ ਮਾਲਕ ਨੇ ਜਿਹੜਾ ਹੈਗਾ, ਇਹ ਜਿਹੜੀ ਹੈਗੀ ਜੀਵ ਪੈਦਾ ਕੀਤੇ ਆ। ਜੀਵਾਂ ਨੂੰ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਅੰਜਨ ਲਗਾਤਾ ਉਹਨੇ, ਇਹ ਸਵਾਦ ਚਸਕੇ ਮੈਲ ਤੇ ਫਿਰ ਜਿਹੜਾ ਹੈਗਾ ਆਪ ਹੀ ਜਿਹੜਾ ਹੈਗਾ ਪਾਰਸ ਜਿਹੜਾ ਹੈਗਾ, ਆਪ ਹੀ ਜਿਹੜਾ ਹੈਗਾ ਪਾਰਸ ਕਰਨ ਵਾਲਾ ਹੈ, ਬ੍ਰਹਮ ਗਿਆਨੀਆਂ ਦੇਣ ਵਾਲਾ ਹੈ, ਬ੍ਰਹਮ ਗਿਆਨ ਦੇਣ ਵਾਲਾ ਹੈ। ਆਪ ਹੀ ਉਹਨਾਂ ਦੇ ਥਰੂ ਜਿਹੜਾ ਹੈਗਾ ਉਹ ਕੰਚਨ ਕਰ ਦਿੰਦਾ ਤੇ ਆਪਣੇ ਨਾਲ ਮਿਲਾ ਲੈਂਦਾ। ਹਾਂਜੀ ਵੀਰ ਜੀ। ਨਿਜ ਸਾਹਿਬ ਗਿਆਨ ਵੀ ਤੇ ਪ੍ਰਮਾਤਮਾ ਤੋਂ ਹੀ ਆਉਣਾ। ਬਿਲਕੁਲ, ਗਿਆਨ ਪ੍ਰਮਾਤਮਾ ਤੋਂ ਹੀ। ਹੁਣੇ ਆਪਾਂ ਵੀ ਤੇ ਅੱਜ ਨਹੀਂ ਤੇ ਕੱਲ ਨੂੰ ਨਸ਼ਟ ਹੋ ਜਾਣਾ। ਹਾਂ, ਪਰ ਗਿਆਨ ਆਉਣਾ ਥੋੜੀ ਬੰਦ ਹੋ ਜਾਣਾ। ਬਿਲਕੁਲ। ਉਹ ਗਿਆਨ ਤੇ ਹੁਣ ਕੀ ਤਾਂ ਕਿੰਨੇ ਯੁਗਾਂ ਤੱਕ ਗਿਆਨ ਏਦਾਂ ਚੱਲੀ ਜਾਣਾ। ਇਹ ਤੇ ਉਹਦੀ ਕਿਰਪਾ ਨਾ, ਕਿਉਂਕਿ ਉਹਦੇ ਘਰ ਨੂੰ ਰਸਤਾ ਜਿਹੜਾ ਜਾਣਾ ਹੈ ਉਹਨੇ ਆਪ ਹੀ ਤੇ ਦੱਸਣਾ। ਕਿਉਂ ਆਪ ਹੀ ਤੇ ਗਿਆਨ ਕਰਾਉਣਾ ਹੈ। ਕਿਉਂਕਿ ਦੋਨੋਂ ਹੀ ਉਹਨੇ ਪਹਿਲੂ ਬਰਾਬਰ ਰੱਖੇ ਨੇ। ਹੁਣ ਵੇਖੋ ਇੰਡੀਆ ਦੇ ਵਿੱਚ, ਹੁਣ ਦੂਜੀ ਕੰਟਰੀ ਦਾ ਤੇ ਪਤਾ ਨਹੀਂ, ਇੰਡੀਆ ਦੇ ਵਿੱਚ ਜਿਹੜਾ ਵਾ ਮੁੰਡਿਆਂ ਤੇ ਕੁੜੀ ਤੇ ਜਿਹੜਾ ਜਨਸੰਖਿਆ ਨਾ ਉਹ ਬਰਾਬਰ ਹੈ। ਨਿੱਤ ਸਾਹਿਬ ਥੋੜਾ ਜਿਹਾ ਫਰਕ ਹੋਊ। ਜਦ ਕਿ ਜ਼ਿਆਦਾਤਰ ਹਰ ਕੋਈ ਚਾਹੁੰਦੇ ਆ ਕਿ ਸਾਡੇ ਘਰ ਮੁੰਡਾ ਪੈਦਾ ਹੋਵੇ। ਇਹਦਾ ਮਤਲਬ ਕਿ ਨਿੱਜਾ ਸਾਹਿਬ ਇਹਦੇ ਬਾਵਜੂਦ ਵੀ ਕੋਈ ਨਾ ਕੋਈ ਸ਼ਕਤੀ ਤੇ ਵੇਖ ਰਹੀ ਹੈ ਨਾ, ਕੰਟਰੋਲ। ਬਿਲਕੁਲ। ਬੈਲੈਂਸ ਤੇ ਕੋਈ ਕਰਕੇ ਬੈਠਾ ਨਾ ਨਿੱਜਾ ਸਾਹਿਬ, ਉਹਦਾ ਤੇ ਪ੍ਰਕਿਰਤੀ ਦੇ ਨਿਯਮ ਹੀ ਖਰਾਬ ਹੋ ਜੇ। ਸੋ ਇਹ ਗੱਲਾਂ ਬਾਤਾਂ ਨੇ, ਕੋਈ ਨਾ ਕੋਈ ਤੇ ਬੈਠੀ ਹੈ ਨਾ ਸ਼ਕਤੀ, ਜਿਹੜੀ ਤੁਹਾਡੇ ਕਰਨ ਦੇ ਬਾਵਜੂਦ ਵੀ ਕੰਮ ਨਹੀਂ ਹੋ ਰਿਹਾ, ਉਹਨੂੰ ਰੋਕ ਕੇ ਰੱਖਿਆ। ਫਿਰ ਅਗਲੇ ਬੰਨੇ ਕਹਿੰਦੇ ਆਪੇ ਠਾਕੁਰ ਸੇਵਕ, ਆਪੇ ਹੀ ਆਪ ਪਾਪ ਖੰਡਨ। ਤੇ ਉਹ ਵੇਖੋ ਆਪ ਠਾਕੁਰ ਵੀ ਆ, ਸੇਵਕ ਵੀ ਆ, ਆਪ ਹੀ ਫਿਰ ਪਾਪਾਂ ਨੂੰ ਦੂਰ ਕਰਨ ਵਾਲਾ ਹੈ ਪਰਮਾਤਮਾ। ਬਿਲਕੁਲ। ਕਿਉਂਕਿ ਆਪੇ ਫਿਰ ਭਗਤਾਂ ਦੇ ਰਾਹੀਂ, ਸੰਗਤ ਦੇ ਰਾਹੀਂ ਉਹ ਗਿਆਨ ਕਰਾਉਂਦਾ ਹੈ। ਫਿਰ ਗਿਆਨ ਨੂੰ ਸੁਣ ਕੇ ਲੋਕਾਂ ਦੇ ਮਨ 'ਚ ਵਿਸ਼ਾਲ ਪੈਦਾ ਹੁੰਦੀ ਹੈ, ਪ੍ਰੇਰਨਾ ਮਿਲਦੀ ਹੈ, ਭਗਤੀ ਕਰਦੇ ਆ ਤੇ ਆਪਣੇ ਪਾਪਾਂ ਦਾ ਉਹ ਨਾਸ਼ ਕਰ ਲੈਂਦੇ ਆ, ਮੁਕਤ ਹੋ ਜਾਂਦੇ। ਆਪੇ ਸਭ ਘਟ ਭੋਗਵੇ ਸੁਆਮੀ, ਆਪੇ ਹੀ ਸਭ ਅੰਜਨ। ਦੇਖੋ ਹੈ ਤੇ ਬ੍ਰਹਮੀ ਆ, ਚਾਹੇ ਕਿਸੇ ਰੂਪ 'ਚ ਵੀ ਆ, ਪਰ ਇਹ ਆ ਕਿ ਇਹ ਬ੍ਰਹਮ ਦਾ ਉਹ ਭਾਗ ਆ ਜਿਹੜਾ ਉਹਨੇ ਆਪ ਬਣਾਇਆ ਹੈ। ਆਪਣੇ ਅੰਦਰੋਂ ਉਹਨੇ ਇਹ ਸਭ ਚੀਜ਼ ਜਿਹੜੀ ਹੈ ਤਿਆਰ ਕੀਤੀ ਹੈ। ਬਿਲਕੁਲ ਤਿਆਰ ਕੀਤੀ ਹੈ। ਹਾਂ, ਇਹ ਮਾਇਆ ਕਹਿ ਲਓ, ਇਹਨੂੰ ਪ੍ਰਪੰਚ ਕਹਿ ਲਓ, ਇਹ ਜਿਹੜਾ ਉਹਨੇ ਤਿਆਰ ਕੀਤਾ, ਆਪ ਹੀ ਤਿਆਰ ਕੀਤਾ। ਤੇ ਫਿਰ ਇਹਦਾ ਮਤਲਬ ਆਪ ਹੀ ਹੈਗਾ। ਫਿਰ ਆਪ ਕਹਿੰਦੇ ਨੇ ਆਪ ਵਿਵੇਕ, ਆਪ ਸਭ ਬੇਤਾ, ਆਪੇ ਗੁਰਮੁਖ ਭੰਜਨ। ਤੁਹਾਡੀ ਨਾ ਹਿੱਲਣ ਲੱਗ ਗਿਆ ਮਾਈਕ। ਆਪ ਵਿਵੇਕ, ਆਪ ਸਭ ਬੇਤਾ। ਵਿਵੇਕ ਕਹਿੰਦੇ ਆ ਬੁੱਧੀ, ਔਰ ਆਪ ਸਭ ਬੇਤਾ, ਬੇਤਾ ਕਹਿੰਦੇ ਆ ਬੁੱਧੀ ਰੱਖਣ ਵਾਲਾ, ਗਿਆਨੀ, ਜਿਹਨੂੰ ਗਿਆਨ ਆ। ਆਪੇ ਗੁਰਮੁਖੇ ਭੰਜਨ, ਔਰ ਆਪ ਹੀ ਜਿਹੜਾ ਹੈਗਾ ਉਹ ਮਾਇਆ ਨੂੰ, ਅੰਜਨ ਨੂੰ ਦੂਰ ਕਰਨ ਵਾਲਾ ਆ ਬ੍ਰਹਮ ਗਿਆਨੀਆਂ ਦੇ ਥਰੂ। ਹਾਂਜੀ ਵੀਰ ਜੀ। ਹਾਂਜੀ, ਆਪ ਦੇਖੋ ਉਹ ਗਿਆਨ ਦਾ ਮਾਲਕ ਹੈ। ਗਿਆਨ ਵੀ ਨਿੱਜਾ ਸਾਹਿਬ ਪਰਮਾਤਮਾ ਹੀ ਦੇ ਦੋ, ਪਰਮਾਤਮਾ ਦੇ ਵੱਲੋਂ ਹੀ ਆਉਂਦਾ ਹੈ। ਬਿਲਕੁਲ ਆਉਂਦਾ ਹੈ ਜੀ। ਓਦਾਂ ਨਿੱਜਾ ਸਾਹਿਬ ਆਪਾਂ ਸਧਾਰਨ ਜੀਵਨ ਤੇ ਬਤੀਤ ਕਰਦੇ ਹੀ ਪਏ ਆ। ਅਸਕਰ ਸਾਡੇ ਅੰਦਰ ਜਿਹੜਾ ਗਿਆਨ ਪੈਦਾ ਹੋ ਜਾਣਾ ਭਗਤੀ ਤੋਂ ਬਾਅਦ, ਉਹ ਫਲ ਹੈ।
ਬਿਲਕੁਲ ਫਲ ਆ। ਉਹ ਕੋਈ ਬੀਜ ਬੀਜਿਆ, ਉਹਨੂੰ ਫਲ ਲੱਗਾ। ਹੁਣ ਬੀਜ ਦੇ ਵਿੱਚ ਤੇ ਫਲ ਬਿਲਕੁਲ ਨਹੀਂ ਹੈਗਾ ਨਾ, ਪਰ ਗੁਪਤ ਰੂਪ 'ਚ ਹੈਗਾ। ਹੁਣ ਜਿਹੜਾ ਆਪਾਂ ਅੰਬ ਦਾ ਬੀਜ ਬੀਜਦੇ ਆ ਜਦੋਂ ਉਹਦੀ ਸੁੱਕੀ ਗਿੜ ਗਿਆ, ਉਹਦੇ 'ਚ ਅੰਬ ਥੋੜੀ ਹੈਗਾ। ਨਾ ਨਾ ਨਾ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਉਹ ਅੰਬ ਜਿਹੜਾ ਗੁਪਤ ਹੈ ਉਹਦੇ ਅੰਦਰ। ਹੁਣ ਉਹ ਗੋਰਕੀ ਸਾਹਿਬ ਬਹੁਤ ਜ਼ਬਰਦਸਤ ਸ਼ੋਰ ਆ ਗਿਆ ਜੀ। ਹੁਣ ਠੀਕ ਹੈ? ਹਾਂਜੀ ਹਾਂਜੀ, ਉਹ ਗੁਪਤ ਰੂਪ ਦੇ ਵਿੱਚ ਜਿਹੜਾ ਬੀਜ ਹੈਗਾ ਹੈ, ਉਹ ਬੀਜ ਹੀ ਉਹਦੇ ਅੰਦਰ ਹੈ। ਤੇ ਇਹ ਜਿਹੜਾ ਗਿਆਨ ਆ, ਇਹ ਗਿਆਨ ਜਦੋਂ ਸਾਨੂੰ ਮਿਲਦਾ ਹੈ ਤੇ ਇਹ ਤਾਂ ਹੀ ਮਿਲਦਾ ਜਦੋਂ ਅਸੀਂ ਭਗਤੀ ਕਰਦੇ ਹਾਂ। ਕਿਉਂਕਿ ਗਿਆਨ ਜਿਹੜਾ ਹੈ ਨਾ ਨਿੱਜਰ ਸਾਹਿਬ, ਜਿਹੜਾ ਬ੍ਰਹਮ ਗਿਆਨ ਆ, ਇਹ ਭਵ ਸਾਗਰ ਤੋਂ ਅੱਗੇ ਲੰਘਣ ਦਾ ਜਿਹੜੀ ਵਿਧੀ ਹੈ, ਇਹ ਸਾਨੂੰ ਭਗਤੀ ਤੋਂ ਬਾਅਦ ਹੀ ਪ੍ਰਾਪਤ ਹੁੰਦੀ ਹੈ। ਇਹ ਮਤਲਬ ਹੁੰਦੀ ਆ ਸਾਡੇ ਅੰਦਰ, ਪਰ ਉਦੋਂ ਔਗਣਾਂ ਨੇ ਨੱਪੀ ਹੁੰਦੀ ਆ। ਕੋਈ ਵੀ ਚੀਜ਼ ਆ, ਹੁਣ ਤੰਦਰੁਸਤੀ ਆ, ਤੰਦਰੁਸਤੀ ਕੋਈ ਬਾਹਰ ਦੀ ਚੀਜ਼ ਨਹੀਂ ਹੈ ਨਿੱਜਰ ਸਾਹਿਬ, ਤੁਹਾਡੇ ਸਿਹਤ ਦਾ ਹਿੱਸਾ ਹੈ, ਤੁਹਾਡੇ ਸਰੀਰ ਦਾ। ਬਿਲਕੁਲ। ਹੁਣ ਤੁਸੀਂ ਉਹ ਉਦਾਂ ਦਾ ਜੀਵਨ ਆਪਣਾ ਬਣਾ ਲਓ ਤੇ ਫਿਰ ਉਹ ਕੀ ਹੋਊਗੀ, ਤੁਹਾਡੀ ਤੰਦਰੁਸਤੀ ਨੱਪੀ ਜਾਊਗੀ ਅੰਦਰ। ਤੇ ਜਦੋਂ ਆਪਾਂ ਪਰਹੇਜ਼ ਕਰ ਲੈਂਦੇ ਆ, ਫਿਰ ਕੀ ਹੁੰਦਾ ਹੈ ਕਿ ਉਹਦੀ ਤੰਦਰੁਸਤੀ ਉਹ ਪ੍ਰਗਟ ਹੋ ਜਾਂਦੀ ਹੈ। ਇਸੇ ਫਿਰ ਵਿਵੇਕ। ਹਾਂਜੀ, ਇਸੇ ਤਰੀਕੇ ਦੇ ਨਾਲ ਜਿਹੜੇ ਆ ਨਾ ਬ੍ਰਹਮ ਗਿਆਨੀ ਹੁੰਦੇ ਆ, ਉਹਨਾਂ ਦਾ ਗਿਆਨ ਜਿਹੜਾ ਹੁੰਦਾ ਹੈ, ਉਹ ਸਾਡੇ ਅੰਦਰੋਂ ਗਿਆਨ ਪ੍ਰਗਟ ਕਰਦਾ ਹੈ। ਆਪਣਾ ਗਿਆਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨੱਪਿਆ ਹੋਇਆ ਆ। ਬਸ ਇਹਨਾਂ ਨੂੰ ਪਾਸੇ ਕਰਕੇ ਜਿਹੜਾ ਹੈਗਾ ਆਪਣੇ ਅੰਦਰ ਸੱਤ ਸੰਤੋਖ ਦਇਆ ਧਰਮ ਧੀਰਜ ਆਹ ਗੁਣ ਪੈਦਾ ਹੋ ਜਾਂਦੇ ਆ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹਾਂਜੀ, ਅਗਲੀ ਤੁਕ ਬੋਲੋ। ਜਨ ਨਾਨਕ ਸਲਾਹ ਨਾ ਰੱਜੈ ਤੁਧ ਕਰਤੇ, ਤੂੰ ਹਰ ਸੁਖ ਦਾਤਾ ਵੱਡਨ। ਕਹਿੰਦੇ ਮੈਂ ਤੈਨੂੰ ਸਲਾਹ ਕੇ ਮੈਂ ਤੇਰੀ ਭਗਤੀ ਕਰਦਾ, ਰੱਜਦਾ ਨਹੀਂ ਹੈਗਾ। ਮੇਰੇ ਅੰਦਰ ਇੰਨਾ ਚਾਅ ਆ, ਤੂੰ ਸੁੱਖਾਂ ਦਾ ਦਾਤਾ ਹੈ ਔਰ ਸਭ ਤੋਂ ਵੱਡਾ ਹੈਗਾ। ਹਾਂਜੀ ਵੀਰ ਜੀ। ਹਾਂਜੀ, ਜਨ ਨਾਨਕ ਸਲਾਹ ਨਾ ਰੱਜੇ ਤੁਧ ਕਰਤਾ ਹਰ ਸੁਖ ਦਾਤਾ। ਤੂੰ ਹਰ ਸੁਖ ਦਾਤਾ ਵੱਡਨ। ਤੂੰ ਹਰੀ ਸੁੱਖਾਂ ਦਾ ਦਾਤਾ ਹੈ ਔਰ ਵੱਡਾ ਹੈਗਾ। ਹਾਂ, ਸਲਾਹ ਦਾ ਮਤਲਬ ਹੈ ਇੱਥੇ ਮੈਂ ਭਗਤੀ ਕਰ ਕਰਕੇ ਰੱਜਦਾ ਨਹੀਂ ਹਾਂ। ਹਾਂ, ਕਿਉਂਕਿ ਮੈਂ ਜਾਣ ਲਿਆ ਹੈ ਤੂੰ ਹੀ ਸੁੱਖਾਂ ਦਾ ਦਾਤਾ ਹੈ ਔਰ ਤੇਰੀ ਭਗਤੀ ਕਰਦੇ ਰੱਜਦਾ ਨਹੀਂ ਹੈ। ਜਨ ਨਾਨਕ ਸਲਾਹ ਨਾ ਰੱਜੇ ਤੁਧ ਕਰਤੇ। ਹਾਂਜੀ ਹਾਂ, ਮੈਂ ਤੇਰੀ ਹੀ ਭਗਤੀ ਕਰਾਂਗਾ, ਕਿਸੇ ਦੇਵੀ ਦੇਵਤੇ ਦੀ ਜਾਂ ਕਿਸੇ ਮਨੁੱਖ ਦੀ ਭਗਤੀ ਨਹੀਂ ਕਰਾਂ। ਹਾਂ, ਅੱਜ ਦੀ ਵਿਚਾਰਨੀ ਜੱਸਾ ਇੱਥੇ ਸਮਾਪਤ। ਹਾਂਜੀ ਬਿਲਕੁਲ ਜੀ, ਬਹੁਤ ਵਧੀਆ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਹਾਂਪੁਰਖ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ, ਧਿਆਨ ਸਿਮਰਨ ਬਖਸ਼ਣਾ। ਇਹ ਮੇਰੇ ਪਿਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। 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 ਵਾਹਿਗੁਰੂ।
ਵਾਹਿਗੁਰੂ 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 ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ